हाँ जी बेटे। बेटे इस तो पहला ਆਪਾਂ ਪਲੈਨਿੰਗ ਚੈਪਟਰ ਜਿਹੜਾ ਕਰ ਰਹੇ ਸੀਗੇ ਉਸ ਦੀਆਂ ਮੈਂ 2 ਵੀਡੀਓਜ਼ ਆਲਰੇਡੀ ਪੋਸਟ ਕਰ ਚੁੱਕਿਆ ਹਾਂ, ਜਿਹਦੇ ਵਿੱਚ ਆਪਾਂ ਪਲੈਨਿੰਗ ਬਾਰੇ ਪੜ੍ਹਿਆ ਵੀ ਪਲੈਨਿੰਗ ਹੁੰਦੀ ਕੀ ਹੈ, ਇਸ ਦੇ ਅਰਥ ਕੀ ਹਨ, ਮੀਨਿੰਗ ਕੀ ਹੈ, ਵਿਸ਼ੇਸ਼ਤਾਵਾਂ ਕੀ ਹਨ, ਇਸ ਦੇ ਲਾਭ ਕੀ ਹਨ, ਇਸ ਦੀਆਂ ਲਿਮਿਟੇਸ਼ਨਸ ਹਾਨੀਆਂ ਕੀ ਹਨ, ਔਰ ਪਲੈਨਿੰਗ ਪ੍ਰੋਸੈਸ ਕੀ ਹੁੰਦਾ। ਤੇ ਅੱਜ ਜਿਹੜਾ ਇਹਦਾ ਲਾਸਟ ਟੌਪਿਕ ਆਪਾਂ ਕਰਨ ਜਾ ਰਹੇ ਹਾਂ, ਟਾਈਪਸ ਆਫ ਪਲਾਨਸ। ਹੁਣ ਆਪਾਂ ਨੂੰ ਪਤਾ ਹੈ ਜਦੋਂ ਪਲੈਨਿੰਗ ਦਾ ਮਤਲਬ ਹੀ ਹੁੰਦਾ ਹੈ ਕਿ ਪਲੈਨਿੰਗ ਦੇ ਵਿੱਚ ਕੰਮ ਨੂੰ ਕਰਨ ਤੋਂ ਪਹਿਲਾਂ ਸੋਚਣਾ, ਯਾਨੀ ਐਡਵਾਂਸ ਦੇ ਵਿੱਚ ਹੀ ਜੋ ਵੀ ਕੰਮ ਕੀਤੇ ਜਾਣੇ ਨੇ ਉਹਨਾਂ ਦੇ ਸੰਬੰਧੀ ਪਹਿਲੇ ਹੀ ਡਿਸੀਜਨ ਲੈ ਲੈਣਾ, ਕੀ ਕਰਨਾ ਹੈ, ਇਸ ਨੂੰ ਕਿਵੇਂ ਕਰਨਾ ਹੈ, ਇਸ ਨੂੰ ਕਦੋਂ ਕਰਨਾ ਹੈ, ਇਸ ਨੂੰ ਕਿਸ ਨੇ ਕਰਨਾ ਹੈ। ਇਹ ਸਾਰੀ ਪਲੈਨਿੰਗ ਦੇ ਵਿੱਚ ਸ਼ਾਮਲ ਸੀ। ਹੁਣ ਤੁਹਾਨੂੰ ਇਹ ਵੀ ਪਤਾ ਹੈ ਵੀ ਪਲੈਨਿੰਗ ਨੂੰ ਪੂਰਾ ਕਰਨ ਵਾਸਤੇ ਆਪਾਂ ਨੂੰ ਪਲਾਨਸ ਬਣਾਉਣੇ ਪੈਣਗੇ। ਪਲਾਨਸ ਕਾਫੀ ਤਰ੍ਹਾਂ ਦੇ ਹੁੰਦੇ ਨੇ, 8-9 ਤਰ੍ਹਾਂ ਦੇ ਪਲਾਨਸ ਆਪਾਂ ਇੱਥੇ ਡਿਸਕਸ ਕਰਾਂਗੇ, ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਯੋਜਨਾਵਾਂ ਯਾਨੀ ਪਲੈਨਿੰਗ ਨੂੰ ਪੂਰਾ ਕਰਨ ਵਾਸਤੇ ਪਲਾਨਸ ਬਣਾਉਣੇ ਪੈਣਗੇ। ਇਹ ਦੋਨੋਂ ਅਲੱਗ-ਅਲੱਗ ਸ਼ਬਦ ਨੇ। ਪਲੈਨਿੰਗ ਦਾ ਮਤਲਬ ਹੁੰਦਾ ਹੈ ਨਿਯੋਜਨ ਪੰਜਾਬੀ ਦੇ ਵਿੱਚ, ਔਰ ਪਲਾਨਸ ਦਾ ਮਤਲਬ ਹੈ ਯੋਜਨਾਵਾਂ ਬਣਾਉਣੀਆਂ। ਹੁਣ ਇਸ ਨੂੰ ਕਰਨ ਤੋਂ ਪਹਿਲਾਂ ਜਿਹੜੇ 8-9 ਤਰ੍ਹਾਂ ਦੇ ਪਲਾਨਸ ਆਪਣੇ ਕੋਲੇ ਹੁੰਦੇ ਨੇ, ਜਿਹੜੇ ਕਿ ਆਮ ਤੌਰ 'ਤੇ ਹਾਈ ਲੈਵਲ ਮੈਨੇਜਮੈਂਟ ਜਿਹੜੀ ਹੈ ਕਿਸੇ ਵੀ ਕੰਪਨੀ ਦੀ ਜਾਂ ਕਿਸੇ ਵੀ ਅਦਾਰੇ ਦੀ, ਉਹ ਬਣਾਉਂਦੀ ਹੈ ਅਲੱਗ-ਅਲੱਗ ਤਰ੍ਹਾਂ ਦੇ ਪਲਾਨਸ ਆਪਣੇ ਉਦੇਸ਼ਾਂ ਦੀ ਪੂਰਤੀ ਲਈ। ਤਾਂ ਉਸ ਨੂੰ ਕਰਨ ਤੋਂ ਪਹਿਲਾਂ ਆਪਾਂ ਉਹਨੂੰ ਮੁੱਖ 2 ਭਾਗਾਂ ਦੇ ਵਿੱਚ ਵੰਡ ਸਕਦੇ ਹਾਂ, ਉਹਨਾਂ ਬਾਰੇ ਡਿਸਕਸ ਕਰਦਾ ਹੈ। ਪਹਿਲਾ ਹੈ ਸਿੰਗਲ ਯੂਜ਼ ਪਲਾਨਸ ਤੇ ਨੈਕਸਟ ਹੈ ਸਟੈਂਡਿੰਗ ਪਲਾਨਸ। ਸਿੰਗਲ ਯੂਜ਼ ਪਲਾਨਸ ਦਾ ਮਤਲਬ ਜਿਹੜੇ ਸਿਰਫ ਇੱਕ ਵਾਰੀ ਕਰਨ ਵਾਸਤੇ ਜਿਹੜੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਨੇ, ਯਾਨੀ ਉਹਨਾਂ ਦਾ ਯੂਜ਼ ਲੋੜ ਪੈਣ ਤੇ ਇੱਕ ਵਾਰੀ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਜੇ ਉਹਨਾਂ ਦੀ ਲੋੜ ਪੈਂਦੀ ਹੈ ਹੋਰ ਕਿਸੇ ਕੰਮ ਵਾਸਤੇ ਤਾਂ ਉਹਦੇ ਵਾਸਤੇ ਕੋਈ ਨਵਾਂ ਪਲਾਨ ਬਣਾਉਣਾ ਪੈਂਦਾ ਹੈ। ਤਾਂ ਯਾਨੀ ਜਿਹੜੇ ਸਿੰਗਲ ਟਾਈਮ ਯੂਜ਼ ਪਲਾਨਸ ਹੁੰਦੇ ਨੇ, ਇੱਕ ਉਸ ਤਰ੍ਹਾਂ ਦੇ ਪਲਾਨਸ ਹੁੰਦੇ ਨੇ, ਔਰ ਇੱਕ ਪਲਾਨਸ ਐਸੇ ਹੁੰਦੇ ਨੇ ਜਿਹੜੇ ਕੰਪਨੀ ਦੇ ਸਟੈਂਡਿੰਗ ਪਲਾਨਸ ਹੁੰਦੇ ਨੇ, ਯਾਨੀ ਸਥਾਈ ਪਲਾਨਸ ਹੁੰਦੇ ਨੇ। ਯਾਨੀ ਜਦੋਂ ਵੀ ਉਸ ਤਰ੍ਹਾਂ ਦਾ ਕੰਮ ਕਰਨਾ ਹੈ ਤਾਂ ਉਹ ਪਲਾਨਸ ਰੈਗੂਲਰਲੀ ਵਰਕ ਕਰਦੇ ਨੇ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਸਟੈਂਡਿੰਗ ਪਲਾਨਸ। ਅਲੱਗ-ਅਲੱਗ ਆਪਾਂ ਡਿਸਕਸ ਇਹਨਾਂ ਨੂੰ ਕਰਾਂਗੇ। ਤਾਂ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਕਿਸੇ ਵੀ ਸੰਗਠਨ ਨੂੰ ਜਾਂ ਕਿਸੇ ਵੀ ਅਦਾਰੇ ਨੂੰ ਆਪਣੇ ਜਿਹੜੇ ਡਿਫਰੈਂਟ ਆਬਜੈਕਟਿਵਸ ਨੇ ਜਾਂ ਉਦੇਸ਼ ਨੇ, ਉਹਨਾਂ ਦੀ ਪ੍ਰਾਪਤੀ ਲਈ ਵਿਸ਼ੇਸ਼ ਯੋਜਨਾਵਾਂ ਦਾ ਨਿਰਮਾਣ ਕਰਨਾ ਪੈਂਦਾ ਹੈ। ਹਰ ਉਦੇਸ਼ ਦੀ ਪ੍ਰਾਪਤੀ ਲਈ ਇੱਕ ਵਿਸ਼ੇਸ਼ ਯੋਜਨਾ ਦੀ ਲੋੜ ਹੁੰਦੀ ਹੈ। ਸੰਗਠਨ ਦੁਆਰਾ ਅਪਣਾਈਆਂ ਗਈਆਂ ਯੋਜਨਾਵਾਂ ਦੀਆਂ ਕਈ ਕਿਸਮਾਂ ਹਨ, ਕਈ ਤਰ੍ਹਾਂ ਦੀਆਂ ਕਿਸਮਾਂ ਆਪਾਂ ਇੱਥੇ ਡਿਸਕਸ ਕਰਾਂਗੇ। ਪਰ ਇਹਨਾਂ ਕਿਸਮਾਂ ਨੂੰ ਯੋਜਨਾ ਦੀ ਜਾਂ ਪਲਾਨਸ ਦੀ ਉਤਪੱਤੀ, ਉਪਯੋਗ ਅਤੇ ਸਮੇਂ ਅਤੇ ਉਦੇਸ਼ ਦੇ ਆਧਾਰ 'ਤੇ 2 ਭਾਗਾਂ ਦੇ ਵਿੱਚ ਵੰਡ ਸਕਦੇ ਹਾਂ, ਮੁੱਖ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਤਾਂ ਉਹ ਜਿਹੜੇ 2 ਮੁੱਖ ਭਾਗ ਨੇ ਉਹ ਨੇ ਸਿੰਗਲ ਯੂਜ਼ ਪਲਾਨਸ ਤੇ ਸਟੈਂਡਿੰਗ ਪਲਾਨਸ। ਹੁਣ ਪਹਿਲੇ ਆਪਾਂ ਡਿਸਕਸ ਕਰਾਂਗੇ ਸਿੰਗਲ ਯੂਜ਼ ਪਲਾਨਸ ਕਿਹੜੇ ਹੁੰਦੇ ਨੇ। ਸਿਰਫ ਇੱਕੋ ਵਾਰੀ ਹੋਣ ਵਾਲੀ ਗਤੀਵਿਧੀ ਜਾਂ ਕਾਰਜ ਨੂੰ ਕਰਨ ਲਈ ਬਣਾਈ ਗਈ ਜਿਹੜੀ ਯੋਜਨਾ ਹੁੰਦੀ ਹੈ ਉਸ ਨੂੰ ਆਪਾਂ ਸਿੰਗਲ ਯੂਜ਼ ਪਲਾਨ ਕਹਿੰਦੇ ਹਾਂ। ਇਹ ਯੋਜਨਾ ਦਾ ਸੰਬੰਧ ਸਿਰਫ ਉਸ ਪਾਰਟਿਕੂਲਰ ਕਿਸੇ ਵਿਸ਼ੇਸ਼ ਸਥਿਤੀ ਨਾਲ ਨਿਪਟਣ ਲਈ ਬਣਾਇਆ ਜਾਂਦਾ ਹੈ। ਇਹਨਾਂ ਦੀ ਵਾਰ-ਵਾਰ ਦੁਹਰਾਈ ਨਹੀਂ ਕੀਤੀ ਜਾਂਦੀ। ਇਸ ਕੋਈ ਵਿਸ਼ੇਸ਼ ਜੇ ਸਮੱਸਿਆ ਆਪਾਂ ਨੂੰ ਕੰਮ ਕਰਨ ਦੇ ਦੌਰਾਨ, ਆਪਣੇ ਬਿਜ਼ਨਸ ਦੇ ਦੌਰਾਨ ਜੇ ਆਉਂਦੀ ਹੈ ਤਾਂ ਉਸ ਨੂੰ ਨਿਪਟਣ ਲਈ ਇਸ ਤਰ੍ਹਾਂ ਦੇ ਪਲਾਨਸ ਦਾ ਯੂਜ਼ ਕੀਤਾ ਜਾਂਦਾ ਹੈ। ਇਹਨਾਂ ਯੋਜਨਾਵਾਂ ਨੂੰ ਵਾਰ-ਵਾਰ ਪ੍ਰਯੋਗ ਨਹੀਂ ਕੀਤਾ ਜਾਂਦਾ। ਤਾਂ ਇਹ ਇੱਕ ਵਾਰੀ ਉਹ ਜਿਹੜੀ ਪ੍ਰੋਬਲਮ ਆਈ, ਜਦੋਂ ਉਹ ਪ੍ਰੋਬਲਮ ਨੂੰ ਆਪਾਂ ਆਪਣੇ ਪਲਾਨ ਦੇ ਨਾਲ ਹੱਲ ਕਰ ਲੈਂਦੇ ਹਾਂ ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਪਲਾਨ ਦੀ ਮਹੱਤਤਾ ਖਤਮ ਹੋ ਜਾਂਦੀ, ਯਾਨੀ ਉਹ ਪਲੈਨਿੰਗ ਖਤਮ ਹੋ ਜਾਂਦੀ ਹੈ। ਤਾਂ ਇਸ ਤਰ੍ਹਾਂ ਦੇ ਜਿਹੜੇ ਪਲਾਨਸ ਹੁੰਦੇ ਨੇ ਇਹਨਾਂ ਨੂੰ ਆਪਾਂ ਸਿੰਗਲ ਯੂਜ਼ ਪਲਾਨਸ ਕਹਿੰਦੇ ਹਾਂ। ਜਿਵੇਂ ਆਪਾਂ ਇੱਕ ਉਦਾਹਰਨ ਨਾਲ ਸਮਝੀਏ, ਮੰਨ ਲਓ ਇੱਕ ਬਿਜ਼ਨਸ ਹੈ। ਬਿਜ਼ਨਸ ਦੇ ਵਿੱਚ ਤੁਸੀਂ ਸਾਰਾ ਸਾਲ ਕਰੰਟ ਈਅਰ ਦੇ ਵਿੱਚ ਕੰਮ ਕਰਦੇ ਰਹੇ
ਤਾਂ ਲਾਸਟ ਤੇ ਆ ਕੇ ਤੁਹਾਨੂੰ ਇਨਕਮ ਟੈਕਸ ਵਾਲਿਆਂ ਨੇ ਇੱਕ ਤੁਹਾਡੇ ਸਿਸਟਮ ਨੂੰ ਚੈੱਕ ਕਰਨ ਵਾਸਤੇ ਰੇਡ ਕਰ ਦਿੱਤੀ। ਤਾਂ ਉਹਨਾਂ ਨਾਲ ਡੀਲ ਕਰਨ ਵਾਸਤੇ ਜਿਹੜੀ ਆਪਣੀ ਪਲੈਨਿੰਗ ਹੋਏਗੀ ਉਹ ਸਿਰਫ ਉਨੀ ਦੇਰ ਵਾਸਤੇ ਹੋਏਗੀ ਤਾਂ ਕਿ ਉਹਨਾਂ ਨਾਲ ਆਪਾਂ ਡੀਲ ਕਰ ਸਕੀਏ ਔਰ ਉਹਨਾਂ ਨੂੰ ਆਪਾਂ ਆਦਾ ਸਾਰਾ ਲੇਖਾ ਜੋਖਾ ਵਿਖਾ ਸਕੀਏ। ਤਾਂ ਉਹ ਇੱਕ ਵਾਰੀ ਹੀ ਯੂਜ਼ ਹੋਣ ਤੋਂ ਬਾਅਦ ਉਹ ਪਲਾਨ ਖਤਮ ਹੋ ਜਾਏਗਾ। ਇਸੇ ਤਰ੍ਹਾਂ ਮੰਨ ਲਓ ਆਪਾਂ ਮੰਨ ਲਓ ਕੋਈ ਇੱਕ ਪ੍ਰੋਗਰਾਮ ਬਣਾਉਂਦੇ ਹਾਂ ਜਾਂ ਮੰਨ ਲਓ ਇੱਕ ਸਪੈਸ਼ਲ ਆਪਾਂ ਟਾਰਗੇਟ ਦੇ ਦਿੰਦੇ ਹਾਂ ਵੀ ਇਸ ਸਮੇਂ ਦੇ ਸੰਬੰਧ ਦੇ ਵਿੱਚ ਇੱਕ ਆਪਾਂ ਸਪੈਸ਼ਲ ਪ੍ਰੋਗਰਾਮ ਦੇ ਦਿੱਤਾ ਵੀ ਇਸ ਹਫਤੇ ਦੇ ਵਿੱਚ ਆ ਇੱਕ ਡਿਫਰੈਂਟ ਪ੍ਰੋਡਕਟ ਆਪਾਂ ਬਣਾਉਣਾ, ਯਾਨੀ ਉਹ ਕੰਮ ਸਿਰਫ ਇੱਕ ਹਫਤਾ ਹੀ ਚੱਲਣਾ। ਤਾਂ ਉਹਦੇ ਵਾਸਤੇ ਇੱਕ ਸਪੈਸ਼ਲ ਪਲਾਨ ਬਣਾਇਆ ਗਿਆ, ਤਾਂ ਉਹ ਕੰਮ ਨੂੰ ਪੂਰਾ ਹੁੰਦਿਆਂ ਹੀ ਉਹ ਪਲਾਨ ਖਤਮ ਹੋ ਜਾਏਗਾ, ਯਾਨੀ ਉਹ ਪਲੈਨਿੰਗ ਸਿਰਫ ਹੁੰਦੀ ਇੱਕ ਹਫਤੇ ਵਾਸਤੇ ਹੀ ਕੀਤੀ ਗਈ। ਇਸੇ ਤਰ੍ਹਾਂ ਹੀ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਵੇਂ ਕੰਪਨੀ ਦਾ ਬਜਟ ਹੈ। ਕੰਪਨੀ ਦਾ ਬਜਟ ਕੀ ਹੁੰਦਾ ਹੈ? ਬਜਟ ਹੁੰਦਾ ਹੈ ਕੰਪਨੀ ਦੇ ਵਿੱਚ ਕਿੱਥੋਂ ਪੈਸੇ ਆਣਗੇ, ਕਿੱਥੇ ਪੈਸੇ ਜਾਣਗੇ। ਕੰਪਨੀ ਦੀ ਕਰੰਟ ਈਅਰ ਦੀ ਸ਼ੁਰੂਆਤ ਦੇ ਵਿੱਚ ਹੀ ਇਹ ਪਲੈਨਿੰਗ ਕਰ ਲਈ ਜਾਂਦੀ ਹੈ ਵੀ ਇਸ ਸਾਲ ਦੇ ਵਿੱਚ ਸਾਡੀਆਂ ਇਹ ਪਲੈਨਿੰਗਸ ਨੇ, ਤਾਂ ਇਹਦੇ ਵਿੱਚ ਸਾਡੇ ਕੋਲੇ ਇੰਨੇ ਪੈਸੇ ਦੀ ਸਾਨੂੰ ਲੋੜ ਪਏਗੀ, ਇੰਨਾ ਪੈਸਾ ਅਸੀਂ ਇੱਥੋਂ ਲਵਾਂਗੇ, ਇੱਥੇ ਦੇਵਾਂਗੇ, ਤਾਂ ਇੱਥੇ ਸਾਡਾ ਇਹ ਪੈਸਾ ਖਰਚ ਹੋਏਗਾ, ਇੱਥੋਂ ਪੈਸਾ ਆਏਗਾ, ਇੱਥੇ ਸਾਡਾ ਪੈਸਾ ਲੱਗੇਗਾ। ਤਾਂ ਇਹ ਕੰਪਨੀ ਦਾ ਇੱਕ ਤਰ੍ਹਾਂ ਦਾ ਬਜਟ ਹੋ ਗਿਆ ਜਿਹੜਾ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਬਣ ਗਿਆ। ਤਾਂ ਉਹ ਪਲੈਨਿੰਗ ਦਾ ਬਜਟ ਬਣਨ ਤੋਂ ਬਾਅਦ ਉਹ ਪਲੈਨਿੰਗ ਜਿਹੜੀ ਬਜਟ ਦੀ ਖਤਮ ਹੋ ਗਈ। ਇਸ ਤੋਂ ਬਾਅਦ ਸਿਰਫ ਆਪਾਂ ਉਸ ਬਜਟ ਦੇ ਵਿੱਚ ਪੈਸਿਆਂ ਦਾ ਹਿਸਾਬ ਕਿਤਾਬ ਜ਼ਰੂਰ ਰੱਖਦੇ ਰਹਿੰਦੇ ਹਾਂ, ਪਰ ਉਹ ਬਜਟ ਬਣਾਉਣ ਦੀ ਪ੍ਰਕਿਰਿਆ ਜਿਹੜੀ ਕਿ ਸ਼ਾਰਟ ਟਰਮ ਯਾਨੀ ਸਿੰਗਲ ਪਲਾਨ ਸੀਗਾ, ਉਹ ਜਿਹੜਾ ਉਹ ਉੱਥੇ ਹੀ ਬਜਟ ਦੇ ਪਲਾਨ ਬਣਨ ਤੋਂ ਬਾਅਦ ਹੀ ਉਹ ਪਲਾਨ ਖਤਮ ਹੋ ਗਿਆ, ਯਾਨੀ ਇਹ ਇੱਕ ਸਿੰਗਲ ਯੂਜ਼ ਪਲਾਨ ਹੁੰਦਾ ਹੈ। ਔਰ ਇਸ ਤੋਂ ਬਾਅਦ ਜਿਹੜਾ ਆਪਣੀ ਨੈਕਸਟ ਹੈ ਬੇਟੇ ਸਟੈਂਡਿੰਗ ਪਲਾਨਸ। ਤਾਂ ਸਟੈਂਡਿੰਗ ਪਲਾਨਸ ਉਹ ਹੁੰਦੇ ਨੇ ਜਿਹੜੇ ਸਾਰਾ ਸਾਲ ਹੀ, ਯਾਨੀ ਆਪਾਂ ਹਮੇਸ਼ਾ ਜਦੋਂ ਵੀ ਬਿਜ਼ਨਸ ਦੇ ਵਿੱਚ ਗੱਲ ਕਰਦੇ ਹਾਂ ਤਾਂ ਕਰੰਟ ਈਅਰ ਦੀ ਗੱਲ ਕਰਦੇ ਹਾਂ, ਯਾਨੀ ਕਰੰਟ ਈਅਰ ਦਾ ਮਤਲਬ 1 ਅਪ੍ਰੈਲ ਤੋਂ ਸ਼ੁਰੂ ਹੋਇਆ ਔਰ 31 ਮਾਰਚ ਤੇ ਉਹ ਈਅਰ ਖਤਮ ਹੋ ਗਿਆ, ਉਹਨੂੰ ਆਪਾਂ ਕਹਿੰਦੇ ਆ ਕਰੰਟ ਈਅਰ ਜਾਂ ਫਾਈਨੈਂਸ਼ੀਅਲ ਈਅਰ ਵੀ ਉਹਨੂੰ ਕਹਿੰਦੇ ਆ। ਬੇਟੇ ਕੈਲੰਡਰ ਈਅਰ ਹੋਰ ਚੀਜ਼ ਹੁੰਦੀ ਹੈ, ਕਰੰਟ ਈਅਰ ਜਾਂ ਫਾਈਨੈਂਸ਼ੀਅਲ ਈਅਰ ਹੋਰ ਚੀਜ਼ ਹੁੰਦੀ ਹੈ। ਜਦੋਂ ਬਿਜ਼ਨਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਤਾਂ ਸਾਰਾ ਲੇਖਾ ਜੋਖਾ ਜਿਹੜਾ ਹੈ ਫਾਈਨੈਂਸ਼ੀਅਲ ਈਅਰ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ, ਯਾਨੀ 1 ਅਪ੍ਰੈਲ ਤੋਂ ਆਪਣਾ ਸਾਲ ਹਮੇਸ਼ਾ ਸ਼ੁਰੂ ਹੁੰਦਾ ਹੈ ਔਰ 31 ਮਾਰਚ ਤੇ ਉਹਦੀ ਕਲੋਜ਼ਿੰਗ ਹੁੰਦੀ ਹੈ। ਤੁਸੀਂ ਅਕਾਊਂਟਸ ਦੇ ਵਿੱਚ ਵੀ ਪੜ੍ਹਦੇ ਹੋ। ਤਾਂ ਕੈਲੰਡਰ ਈਅਰ ਜਿਹੜਾ ਹੁੰਦਾ ਆਪਣਾ ਕੈਲੰਡਰ ਈਅਰ ਹਮੇਸ਼ਾ 1 ਜਨਵਰੀ ਤੋਂ ਸ਼ੁਰੂ ਹੁੰਦਾ ਹੈ ਔਰ 31 ਦਸੰਬਰ ਤੇ ਖਤਮ ਹੁੰਦਾ ਹੈ। 1 ਜਨਵਰੀ ਤੋਂ ਆਪਣਾ ਫਿਰ ਨਵਾਂ ਸਾਲ ਚੜ੍ਹਦਾ ਹੈ। ਤਾਂ ਆਪਾਂ ਜਦੋਂ ਬਿਜ਼ਨਸ ਦੀਆਂ ਟਰਮਸ ਦੀ ਗੱਲ ਕਰਨੀ ਹੈ ਤਾਂ ਉਦੋਂ ਆਪਾਂ ਉਸ ਵਕਤ ਆਪਾਂ ਸਿਰਫ ਕਰੰਟ ਈਅਰ ਦੀ ਜਾਂ ਕਰੰਟ ਫਾਈਨੈਂਸ਼ੀਅਲ ਈਅਰ ਦੀ ਗੱਲ ਕਰਨੀ ਹੁੰਦੀ ਹੈ। ਤਾਂ ਆਪਾਂ ਹੁਣ ਡਿਸਕਸ ਕਰਾਂਗੇ ਸਟੈਂਡਿੰਗ ਪਲਾਨਸ। ਜਿਵੇਂ ਕਿ ਇਸ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਵਾਰ-ਵਾਰ ਦੁਹਰਾਈ ਜਾਣ ਵਾਲੀ ਗਤੀਵਿਧੀ ਜਾਂ ਕਾਰਜ ਨੂੰ ਕਰਨ ਲਈ ਬਣਾਈ ਗਈ ਇੱਕ ਹਮੇਸ਼ਾ ਜਿਹੜੀ ਯੋਜਨਾ ਹਮੇਸ਼ਾ ਚੱਲਦੀ ਰਹਿੰਦੀ ਹੈ ਉਸ ਬਿਜ਼ਨਸ ਦੇ ਵਿੱਚ। ਇਸ ਤਰ੍ਹਾਂ ਦੀ ਸਥਾਈ ਯੋਜਨਾ ਅਜਿਹੀ ਯੋਜਨਾ ਦਾ ਸੰਬੰਧ ਉਸ ਸਥਿਤੀ ਨਾਲ ਹੁੰਦਾ ਹੈ ਜੋ ਸੰਗਠਨ ਦੀ ਕੁਸ਼ਲਤਾਪੂਰਵਕ ਕਾਰਜ ਵਿਧੀ ਲਈ ਵਾਰ-ਵਾਰ ਦੁਹਰਾਈ ਜਾਂਦੀ ਹੈ, ਯਾਨੀ ਕੰਪਨੀ ਨੂੰ ਹੋਰ ਐਫੀਸ਼ੀਐਂਟ ਬਣਾਉਣ ਵਾਸਤੇ ਹਮੇਸ਼ਾ ਉਸ ਤਰ੍ਹਾਂ ਦੀਆਂ ਦੇ ਸਥਾਈ ਜਾਂ ਸਟੈਂਡਿੰਗ ਪਲਾਨਸ ਬਣਾਏ ਜਾਂਦੇ ਹਨ ਜਿਹੜੇ ਕਿ ਹਮੇਸ਼ਾ ਹੀ ਚੱਲਦੇ ਰਹਿੰਦੇ ਹਨ। ਯਾਨੀ ਜਦੋਂ ਵੀ ਉਸ ਤਰ੍ਹਾਂ ਦਾ ਕੰਮ ਹੁੰਦਾ ਹੈ ਤਾਂ ਉਹ ਪਲਾਨ ਇੱਕ ਫਿਕਸ ਪਲਾਨ ਹੁੰਦਾ ਕੰਪਨੀ ਦਾ ਵੀ ਉਸ ਕੰਮ ਨੂੰ ਉਸੇ ਢੰਗ ਨਾਲ ਹੀ ਕੀਤਾ ਜਾਣਾ ਚਾਹੀਦਾ ਹੈ। ਹਾਂ, ਲੋੜ ਪੈਣ ਤੇ ਉਹਦੇ ਵਿੱਚ ਪਰਿਵਰਤਨ ਕੀਤੇ ਜਾ ਸਕਦੇ ਨੇ ਪਰ ਉਹਦਾ ਮੂਲ ਰੂਪ ਉਹੀ ਰਹਿੰਦਾ ਹੈ। ਯਾਨੀ ਇਸ ਤਰ੍ਹਾਂ ਦੀ ਯੋਜਨਾ ਨੂੰ ਕੰਪਨੀ ਦੇ ਵਿੱਚ ਵਾਰ-ਵਾਰ ਦੁਹਰਾਇਆ ਜਾਂਦਾ ਹੈ। ਤਾਂ ਇਹਨਾਂ ਨੂੰ ਆਪਾਂ ਲੌਂਗ ਟਰਮ ਪਲਾਨਸ ਵੀ ਕਹਿੰਦੇ ਹਨ। ਜਿਵੇਂ ਆਪਾਂ ਜਿਹੜੇ ਅੱਗੇ ਪਲਾਨਸ ਡਿਸਕਸ ਕਰਾਂਗੇ, ਜਿਵੇਂ ਟੀਚੇ ਨੇ, ਕੰਪਨੀ ਦੇ ਟੀਚੇ ਨੇ, ਕੰਪਨੀ ਦੇ ਉਦੇਸ਼ ਨੇ, ਕਿਸੇ ਬਿਜ਼ਨਸ ਦੀਆਂ ਨੀਤੀਆਂ ਨੇ, ਕਾਰਜ ਵਿਧੀਆਂ ਨੇ, ਵਿਸ਼ੇਸ਼ ਵਿਧੀਆਂ ਨੇ ਜਾਂ ਨਿਯਮ ਨੇ ਜਾਂ ਰਣਨੀਤੀਆਂ ਨੇ, ਇਹ ਸਾਰੀਆਂ ਹੀ ਸਟੈਂਡਿੰਗ ਪਲਾਨਸ ਹੁੰਦੀਆਂ ਨੇ। ਟੀਚਿਆਂ ਨੂੰ ਬੇਟੇ ਆਪਾਂ ਇੰਗਲਿਸ਼ ਦੇ ਵਿੱਚ ਗੋਲਸ ਕਹਿੰਦੇ ਹਾਂ। ਗੋਲਸ, ਆਬਜੈਕਟਿਵਸ, ਉਦੇਸ਼ ਨੂੰ ਆਬਜੈਕਟਿਵਸ, ਨੀਤੀਆਂ ਨੂੰ ਪਾਲਿਸੀਜ਼, ਕਾਰਜ ਵਿਧੀਆਂ ਨੂੰ ਪ੍ਰੋਸੀਜਰਸ, ਵਿਧੀਆਂ ਨੂੰ ਮੈਥਡਸ, ਨਿਯਮਸ ਨੂੰ ਲਾਜ਼ ਜਾਂ ਰੂਲਸ ਔਰ ਰਣਨੀਤੀਆਂ ਨੂੰ ਸਟ੍ਰੈਟਜੀਜ਼ ਕਹਿੰਦੇ ਹਨ, ਜਿਹੜੀਆਂ ਕਿ ਹਰ ਬਿਜ਼ਨਸ ਦੀਆਂ ਆਪਣੀਆਂ ਹੁੰਦੀਆਂ ਹਨ, ਹਰੇਕ ਅਦਾਰੇ ਦੀਆਂ ਆਪਣੀਆਂ ਵੱਖਰੀਆਂ ਹੁੰਦੀਆਂ ਹਨ ਔਰ
ਇਹ ਸਟੈਂਡਿੰਗ ਪਲਾਨਸ ਹੁੰਦੇ ਹਨ। ਤਾਂ ਬੇਟੇ ਇਹਨੂੰ ਇੱਕ ਐਗਜ਼ਾਮਪਲ ਦੇ ਨਾਲ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਕਿ ਆਪਾਂ ਨਾਰਮਲ ਐਗਜ਼ਾਮਪਲ ਲੈਂਦੇ ਹਾਂ। ਮੰਨ ਲਓ ਆਪਣੇ ਕੋਲੇ ਕੋਈ ਕੰਪਿਊਟਰ ਹੈ, ਉਹਦਾ ਇੱਕ ਪ੍ਰਿੰਟਰ ਹੈ, ਉਹਦੇ ਪ੍ਰਿੰਟਰ ਦੇ ਵਿੱਚ ਕਾਗਜ਼ ਫਸ ਗਿਆ। ਤਾਂ ਕਾਗਜ਼ ਜਿਹੜਾ ਹੈ ਉਹ ਫਸ ਗਿਆ, ਤਾਂ ਉਹਨੂੰ ਇੱਕ ਕੱਢਣ ਦਾ ਜਿਹੜਾ ਪ੍ਰੋਸੀਜਰ ਹੈ ਕਾਗਜ਼ ਨੂੰ ਕੱਢਣ ਦਾ, ਤਾਂ ਉਹ ਪ੍ਰੋਸੀਜਰ ਜਿਹੜਾ ਅਪਣਾਇਆ ਜਾਂਦਾ ਹੈ ਵੀ ਪਹਿਲੇ ਉਹਦੀ ਜੋ ਵੀ ਢੰਗ ਹੈ ਉਸ ਨੂੰ ਕੱਢਣ ਦਾ, ਉਹ ਜਿਹੜਾ ਕਾਗਜ਼ ਕੱਢਣ ਦਾ ਪ੍ਰੋਸੀਜਰ ਹੈ, ਕਿਉਂਕਿ ਕਾਗਜ਼ ਜਿਹੜਾ ਪ੍ਰਿੰਟਰ ਦੇ ਵਿੱਚ ਦੇਖੋ ਇਹ ਇੱਕ ਵਾਰੀ ਫਸਣਾ ਹੈ, ਇੱਕ ਵਾਰੀ ਨਹੀਂ ਫਸਣਾ। ਇਹ ਸਾਲ ਦੇ ਵਿੱਚ ਹੋ ਸਕਦਾ ਹੈ 500 ਵਾਰੀ ਕਾਗਜ਼ ਫਸੇ ਉਸ ਪ੍ਰਿੰਟਰ ਦੇ ਵਿੱਚ। ਤਾਂ ਹਰ ਵਾਰੀ ਉਸ ਨੂੰ ਕਾਗਜ਼ ਨੂੰ ਜਿਹੜਾ ਕਿ ਵਿੱਚ ਫਸ ਗਿਆ ਹੈ ਉਸ ਨੂੰ ਕੱਢਣ ਲਈ ਉਹੀ ਵਿਧੀ ਅਪਣਾਈ ਜਾਏਗੀ ਜੋ ਉਹਦੀ ਯਾਨੀ ਸਟੈਂਡਿੰਗ ਪਲਾਨ ਹੋ ਗਿਆ ਹੈ, ਜਿਹੜਾ ਕਿ ਵਾਰ-ਵਾਰ ਦੁਹਰਾਇਆ ਜਾਂਦਾ ਹੈ। ਯਾਨੀ ਉਸੇ ਹੀ ਢੰਗ ਨਾਲ ਹਮੇਸ਼ਾ ਹੀ ਉਸ ਵਿੱਚੋਂ ਫਸੇ ਹੋਏ ਕਾਗਜ਼ ਨੂੰ ਕੱਢਿਆ ਜਾਂਦਾ ਹੈ। ਤਾਂ ਇਹ ਇੱਕ ਤਰ੍ਹਾਂ ਦਾ ਕੀ ਹੋ ਗਿਆ, ਸਟੈਂਡਿੰਗ ਪਲਾਨ ਹੋ ਗਿਆ। ਇਸੇ ਤਰ੍ਹਾਂ ਜੇ ਆਪਾਂ ਐਗਜ਼ਾਮਪਲ ਬਿਜ਼ਨਸ ਦੇ ਵਿੱਚੋਂ ਲੈ ਲਈਏ, ਫਾਰ ਐਗਜ਼ਾਮਪਲ ਕੰਪਨੀ ਦੀ ਪਾਲਿਸੀ ਹੈ ਕੱਚਾ ਮਾਲ ਖਰੀਦਣ ਦੀ। ਤਾਂ ਕੱਚਾ ਮਾਲ ਆਪਾਂ ਖਰੀਦਣਾ ਹੈ, ਹਰ ਕੰਪਨੀ ਦੀ ਕੱਚਾ ਮਾਲ ਖਰੀਦਣ ਦਾ ਇੱਕ ਅਲੱਗ ਢੰਗ ਹੈ। ਕੁਝ ਕੰਪਨੀਆਂ ਕੱਚਾ ਮਾਲ ਖਰੀਦਣ ਵਾਸਤੇ, ਵੇਖੋ ਕੱਚਾ ਮਾਲ ਜੇ ਆਪਾਂ ਖਰੀਦਣਾ ਹੈ ਤਾਂ ਕੱਚਾ ਮਾਲ ਖਰੀਦਣ ਵਾਸਤੇ ਕਈ ਵਿਧੀਆਂ ਹੋ ਸਕਦੀਆਂ ਹਨ। ਕੱਚਾ ਮਾਲ ਖਰੀਦਣ ਦੀ ਵਿਧੀ ਇੱਕ ਹੋ ਸਕਦੀ ਹੈ ਵੀ ਆਪਾਂ ਮਾਲ ਉਸ ਵੇਲੇ ਲੈਣਾ ਹੈ ਜਿਸ ਵੇਲੇ ਮਾਲ ਆਪਾਂ ਨੂੰ ਸਸਤਾ ਮਿਲਦਾ ਹੈ। ਕਈ ਕੰਪਨੀਆਂ ਦੀ ਪਾਲਿਸੀ ਹੁੰਦੀ ਹੈ ਵੀ ਕੱਚਾ ਮਾਲ ਕੁਆਲਿਟੀ ਵੇਖ ਕੇ ਉਹ ਖਰੀਦਦੇ ਹਨ, ਕਈ ਪੈਸੇ ਨੂੰ ਵੇਖ ਕੇ ਖਰੀਦਦੇ ਹਨ ਵੀ ਜਦੋਂ ਸਸਤਾ ਮਿਲ ਗਿਆ ਉਦੋਂ ਖਰੀਦ ਲੈਣਾ ਹੈ। ਤਾਂ ਕਈ ਕੰਪਨੀਆਂ ਇਹ ਵੇਖਦੀਆਂ ਵੀ ਕਿਹੜਾ ਮਾਲ ਬੰਦਾ ਸਮੇਂ ਤੇ ਸਾਨੂੰ ਪਹੁੰਚਾ ਸਕਦਾ ਹੈ। ਇਹ ਹਰ ਕੰਪਨੀ ਦੀ ਅਲੱਗ-ਅਲੱਗ ਪਾਲਿਸੀ ਹੋ ਸਕਦੀ ਹੈ। ਹੁਣ ਮੰਨ ਲਓ ਫਾਰ ਐਗਜ਼ਾਮਪਲ ਇੱਕ ਕੰਪਨੀ ਹੈ, ਉਸ ਦੀ ਪਾਲਿਸੀ ਹੈ ਵੀ ਜਦੋਂ ਵੀ ਅਸੀਂ ਕੱਚਾ ਮਾਲ ਖਰੀਦਣਾ ਹੈ ਤਾਂ ਆਪਾਂ ਸਿਰਫ ਤੇ ਸਿਰਫ ਕੁਆਲਿਟੀ ਨੂੰ ਧਿਆਨ ਵਿੱਚ ਰੱਖਣਾ ਹੈ ਵੀ ਆਪਾਂ ਕੁਆਲਿਟੀ ਬਹੁਤ ਵਧੀਆ ਲੈਣੀ ਹੈ, ਕਿਉਂਕਿ ਉਹਨਾਂ ਦਾ ਜੋ ਉਹਨਾਂ ਦੀ ਕੰਪਨੀ ਦੀ ਪਾਲਿਸੀ ਹੈ, ਕੰਪਨੀ ਦੀ ਪਾਲਿਸੀ ਹੈ ਵੀ ਜੋ ਅਸੀਂ ਪ੍ਰੋਡਕਟ ਤਿਆਰ ਕਰਨਾ ਹੈ ਉਹ ਪ੍ਰੋਡਕਟ ਦੀ ਗੁਣਵੱਤਾ ਜਾਂ ਕੁਆਲਿਟੀ ਬਹੁਤ ਵਧੀਆ ਬਣੇ। ਤਾਂ ਇਹ ਕੰਪਨੀ ਦੀ ਪਾਲਿਸੀ ਹੋ ਗਈ। ਯਾਨੀ ਹਰ ਵੇਲੇ ਹਰ ਵਕਤ ਮਾਲ ਖਰੀਦਣ ਵਾਸਤੇ ਕੀ ਪਾਲਿਸੀ ਅਪਣਾਈ ਜਾਂਦੀ ਹੈ, ਕੁਆਲਿਟੀ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ ਜਦੋਂ ਵੀ ਕੱਚਾ ਮਾਲ ਖਰੀਦਣਾ। ਤਾਂ ਇਹ ਕੰਪਨੀ ਦਾ ਕੀ ਹੋ ਗਿਆ ਬੇਟੇ, ਇੱਕ ਸਟੈਂਡਿੰਗ ਪਲਾਨ ਹੋ ਗਿਆ। ਤਾਂ ਇਸ ਤਰ੍ਹਾਂ ਦੀਆਂ ਯੋਜਨਾਵਾਂ ਨੂੰ ਆਪਾਂ ਸਟੈਂਡਿੰਗ ਪਲਾਨਸ ਕਹਿੰਦੇ ਹਾਂ ਜਾਂ ਸਥਾਈ ਯੋਜਨਾਵਾਂ ਕਹਿੰਦੇ ਹਾਂ। ਹੁਣ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪਲਾਨਸ ਨੇ ਉਹਨਾਂ ਨੂੰ ਡਿਸਕਸ ਕਰਾਂਗੇ। ਸਾਰੇ ਪਲਾਨਸ ਨੂੰ ਡਿਸਕਸ ਕਰਨ ਤੋਂ ਬਾਅਦ ਆਪਾਂ ਲਾਸਟ ਤੇ ਡਿਸਕਸ ਕਰਾਂਗੇ ਵੀ ਇਹਨਾਂ ਵਿੱਚੋਂ ਕਿਹੜੇ ਪਲਾਨਸ ਜਿਹੜੇ ਨੇ ਉਹ ਸਿੰਗਲ ਯੂਜ਼ ਸੀਗੇ ਔਰ ਕਿਹੜੇ ਪਲਾਨਸ ਸਟੈਂਡਿੰਗ ਪਲਾਨ ਸੀਗੇ। ਯਾਨੀ ਕਿਹੜੇ ਇਕਹਿਰਾ ਪ੍ਰਯੋਗ ਯੋਜਨਾਵਾਂ ਸੀ ਜਿਨ੍ਹਾਂ ਦਾ ਸਿਰਫ ਇੱਕ ਵਾਰੀ ਯੂਜ਼ ਕੀਤਾ ਗਿਆ, ਉਸ ਤੋਂ ਬਾਅਦ ਸਾਰਾ ਸਾਲ ਉਹਨਾਂ ਨੂੰ ਯੂਜ਼ ਕਰਨ ਦੀ ਲੋੜ ਨਹੀਂ ਪਈ, ਔਰ ਕਿਹੜੀਆਂ ਇਹਨਾਂ ਦੇ ਵਿੱਚ ਸਥਾਈ ਯੋਜਨਾਵਾਂ ਨੇ ਜਿਨ੍ਹਾਂ ਨੂੰ ਵਾਰ-ਵਾਰ ਲੋੜ ਪੈਣ ਤੇ ਦੁਹਰਾਇਆ ਜਾਂਦਾ ਹੈ। ਇਹ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ। ਪਹਿਲਾਂ ਸਾਰੇ ਪਲਾਨਸ ਨੂੰ ਡਿਸਕਸ ਕਰਾਂਗੇ। ਬੇਟੇ ਹੁਣ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਟਰਮਸ ਆਉਣਗੀਆਂ। ਇਹ ਟਰਮਸ ਦੇ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਗਿਆਨ ਹੋਣਾ ਬੜਾ ਜ਼ਰੂਰੀ ਹੈ। ਜਿੰਨੀ ਦੇਰ ਇਹ ਟਰਮਸ ਦੀ ਤੁਹਾਡੇ ਦਿਮਾਗ ਵਿੱਚ ਕਲੀਅਰ ਹੁੰਦੀਆਂ ਉਨੀ ਦੇਰ ਤੱਕ ਤੁਹਾਨੂੰ ਇਸ ਚੀਜ਼ ਦੀ ਸਮਝ ਨਹੀਂ ਆ ਸਕਦੀ। ਤੁਹਾਨੂੰ ਟੀਚੇ ਤੇ ਉਦੇਸ਼ ਇਹਨਾਂ ਦੇ ਵਿੱਚ ਡਿਫਰੈਂਸ ਪਤਾ ਲੱਗਣਾ ਚਾਹੀਦਾ ਹੈ। ਪਾਲਿਸੀਜ਼ ਕੀ ਹੁੰਦੀਆਂ ਨੇ, ਪ੍ਰੋਸੀਜਰਸ ਕੀ ਹੁੰਦੇ ਨੇ, ਮੈਥਡਸ ਕੀ ਹੁੰਦੇ ਨੇ, ਰੂਲਸ ਕੀ ਹੁੰਦੇ ਨੇ, ਸਟ੍ਰੈਟਜੀ ਕਿਹਨੂੰ ਕਹਿੰਦੇ ਹਾਂ, ਪ੍ਰੋਗਰਾਮ ਕੀ ਹੁੰਦਾ ਹੈ, ਬਜਟ ਕੀ ਹੁੰਦਾ ਹੈ। ਜਿੰਨੀ ਦੇਰ ਤੱਕ ਇਹ ਟਰਮਸ 9 ਦੀਆਂ 9 ਟਰਮਸ ਇਹ 9 ਟਰਮਸ ਤੁਹਾਨੂੰ ਕਲੀਅਰ ਨਹੀਂ ਹੁੰਦੀਆਂ ਦਿਮਾਗ ਦੇ ਵਿੱਚ, ਉਨੀ ਦੇਰ ਤੱਕ ਤੁਸੀਂ ਇਹਨਾਂ ਦੇ ਵਿੱਚ ਡਿਫਰੈਂਸ ਨਹੀਂ ਕਰ ਸਕਦੇ, ਤੁਸੀਂ ਇਹਨਾਂ ਦੇ ਬਾਰੇ ਲਿਖ ਨਹੀਂ ਸਕਦੇ, ਤੁਹਾਡੀ ਸਮਝ ਉਨੀ ਦੇਰ ਤੱਕ ਨਹੀਂ ਬਣ ਸਕਦੀ। ਮੇਰੇ ਲੈਕਚਰ ਨੂੰ ਸੁਣਨ ਤੋਂ ਬਾਅਦ ਇਹਨਾਂ ਨੂੰ ਤੁਸੀਂ ਕਿਤਾਬ ਤੋਂ ਵੀ ਚੰਗੀ ਤਰ੍ਹਾਂ ਪੜ੍ਹਨਾ ਹੈ। ਇਹਨਾਂ ਦੀਆਂ ਵਿਸ਼ੇਸ਼ਤਾਵਾਂ ਵੀ ਦਿੱਤੀਆਂ ਹੋਈਆਂ ਹਨ, ਇਹਨਾਂ ਦੀ ਅਲੱਗ-ਅਲੱਗ ਚੀਜ਼ਾਂ ਦੀ ਮਹੱਤਤਾ ਵੀ ਦਿੱਤੀ ਹੋਈ ਹੈ, ਕਿਸ ਕਿਸ ਤਰ੍ਹਾਂ ਦੇ ਹੁੰਦੇ ਨੇ ਇਹਨਾਂ ਦੀ ਟਾਈਪਸ ਵੀ ਦਿੱਤੀਆਂ ਡਿਸਕਸ ਕੀਤੀਆਂ ਗਈਆਂ ਨੇ। ਤਾਂ ਉਹਨਾਂ ਦੇ ਬਾਰੇ ਬੁੱਕ 'ਚੋਂ ਵੀ ਚੰਗੀ ਤਰ੍ਹਾਂ ਪੜ੍ਹਨਾ ਹੈ ਔਰ ਲੈਕਚਰ ਨੂੰ ਸੁਣਨਾ ਹੈ, ਫਿਰ ਤੁਹਾਨੂੰ ਚੰਗੀ ਤਰ੍ਹਾਂ ਇਹ ਚੀਜ਼ ਸਮਝ ਆਏਗੀ। ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਸਮਝਣ ਵਾਸਤੇ ਹਰੇਕ ਦੀ ਕੋਈ ਨਾ ਕੋਈ ਐਗਜ਼ਾਮਪਲ ਲਈਏ। ਆਮ ਐਗਜ਼ਾਮਪਲ ਵੀ ਆਪਾਂ ਲਵਾਂਗੇ ਆਪਣੀ ਆਮ ਜ਼ਿੰਦਗੀ ਦੇ ਵਿੱਚੋਂ ਔਰ ਬਿਜ਼ਨਸ ਦੀ ਵੀ ਐਗਜ਼ਾਮਪਲ ਲੈਣ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਤੁਹਾਨੂੰ ਇਹ ਟਰਮਸ ਜਿਹੜੀਆਂ ਨੇ, ਜੇ ਟਰਮਸ ਬੇਟੇ ਤੁਹਾਨੂੰ ਕਲੀਅਰ ਹੋ ਗਈਆਂ ਤਾਂ ਤੁਹਾਨੂੰ ਸਾਰੀ
ਜਿਹੜੇ ਪਲਾਨਸ ਦੇ ਬਾਰੇ ਸਮਝ ਆ ਜਾਏਗੀ ਵੀ ਬਿਜ਼ਨਸ ਦੇ ਵਿੱਚ ਕਿਸ ਤਰ੍ਹਾਂ ਪਲਾਨਸ ਨੂੰ ਯੂਜ਼ ਕੀਤਾ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਹੈ ਟੀਚੇ। ਟੀਚੇ ਦਾ ਮਤਲਬ ਗੋਲਸ, ਯਾਨੀ ਕੰਪਨੀ ਜਿਹੜੀ ਹੈ ਆਪਦੇ ਆਪ ਨੂੰ ਭਵਿੱਖ ਦੇ ਵਿੱਚ ਕਿੱਥੇ ਵੇਖਦੀ ਹੈ, ਕੰਪਨੀ ਆਪਦੇ ਆਪ ਨੂੰ ਕਿੱਥੇ ਲਿਜਾਣਾ ਚਾਹੁੰਦੀ ਹੈ। ਕੰਪਨੀ, ਕਿਉਂਕਿ ਹਰ ਕੰਪਨੀ ਜਾਂ ਹਰ ਬਿਜ਼ਨਸ ਇਸ ਦਾ ਇੱਕ ਗੋਲ ਹੁੰਦਾ ਹੈ, ਇੱਕ ਟੀਚਾ ਹੁੰਦਾ ਹੈ ਜਿੱਥੇ ਉਹ ਅਲਟੀਮੇਟਲੀ ਪਹੁੰਚਣਾ ਚਾਹੁੰਦਾ ਹੈ। ਜਿਵੇਂ ਮੰਨ ਲਓ 1 ਕਰੋੜ ਰੁਪਏ ਦਾ ਅੱਜ ਕੋਈ ਬਿਜ਼ਨਸ ਕਰ ਰਿਹਾ ਹੈ, ਤਾਂ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਉਹਦਾ ਟੀਚਾ ਹੋਵੇ ਵੀ ਮੈਂ 10 ਕਰੋੜ ਤੱਕ ਪਹੁੰਚਣਾ ਹੈ। ਜੇ ਕੋਈ 10 ਕਰੋੜ ਦਾ ਅੱਜ ਕੰਮ ਕਰ ਰਿਹਾ ਹੈ, ਉਹਦਾ ਆਉਣ ਵਾਲੇ ਟਾਈਮ 'ਚ ਭਵਿੱਖ ਦਾ ਜਿਹੜਾ ਟੀਚਾ ਹੋਵੇ ਵੀ ਮੈਂ 50 ਕਰੋੜ ਤੇ ਪਹੁੰਚਣਾ ਹੈ। ਜਿਹੜਾ 50 ਕਰੋੜ ਦਾ ਕੰਮ ਕਰ ਰਿਹਾ ਹੈ, ਉਹਦਾ 100 ਕਰੋੜ ਦੀ ਕੰਪਨੀ ਬਣਨ ਦਾ ਟੀਚਾ ਹੋ ਸਕਦਾ ਹੈ। ਯਾਨੀ ਜਿੱਥੇ ਆਪਾਂ ਆਪਦੇ ਆਪ ਨੂੰ ਭਵਿੱਖ ਦੇ ਵਿੱਚ ਵੇਖਦੇ ਹਾਂ, ਗੋਲ, ਯਾਨੀ ਅਸੀਂ ਅਲਟੀਮੇਟਲੀ ਐਜ਼ ਕੰਪਨੀ ਕਰਨਾ ਕੀ ਚਾਹੁੰਦੇ ਹਾਂ। ਜਿਵੇਂ ਆਪਣੀ ਲਾਈਫ ਦੇ ਵਿੱਚ ਵੀ ਲੈ ਲਈਏ ਵੀ ਆਪਾਂ ਹੁਣ ਪੜ੍ਹਾਈ ਕਰ ਰਹੇ ਹਾਂ, ਤਾਂ ਆਪਣੀ ਪੜ੍ਹਾਈ ਦਾ ਅਸਲ ਮਕਸਦ ਕੀ ਹੈ, ਆਪਾਂ ਕਿਉਂ ਪੜ੍ਹਾਈ ਕਰ ਰਹੇ ਹਾਂ, ਆਪਾਂ ਅਲਟੀਮੇਟਲੀ ਕਰਨਾ ਕੀ ਚਾਹੁੰਦੇ ਹਾਂ, ਆਪਣਾ ਅੰਤਿਮ ਗੋਲ ਕੀ ਹੈ, ਨਿਸ਼ਾਨਾ ਕੀ ਹੈ, ਉਸ ਨੂੰ ਆਪਾਂ ਕਹਿੰਦੇ ਹਾਂ ਟੀਚਾ। ਯਾਨੀ ਜਿਵੇਂ ਪੜ੍ਹਾਈ ਕਰਕੇ ਆਪਾਂ ਮੰਨ ਲਓ ਇੱਕ ਬੈਂਕਰ ਬਣਨਾ ਚਾਹੁੰਦੇ ਹਾਂ, ਜਾਂ ਪੜ੍ਹਾਈ ਕਰਕੇ ਆਪਾਂ ਇੱਕ ਟੀਚਰ ਬਣਨਾ ਚਾਹੁੰਦੇ ਹਾਂ, ਜਾਂ ਪੜ੍ਹਾਈ ਕਰਕੇ ਆਪਾਂ ਇੱਕ ਸੀਏ ਬਣਨਾ ਚਾਹੁੰਦੇ ਹਾਂ, ਤਾਂ ਉਹ ਅੰਤਮ ਜਿਹੜਾ ਨਤੀਜਾ ਆਪਾਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਉਸ ਨੂੰ ਆਪਾਂ ਟੀਚਾ ਕਹਿੰਦੇ ਹਾਂ। ਹੁਣ ਇਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਟੀਚਿਆਂ ਤੋਂ ਭਾਵ ਅਜਿਹੇ ਸਧਾਰਨ ਅੰਤਮ ਨਤੀਜਿਆਂ ਤੋਂ ਹੁੰਦਾ ਹੈ ਜਿਨ੍ਹਾਂ ਦੀ ਪ੍ਰਾਪਤੀ ਲਈ ਸੰਗਠਨ ਹੋਂਦ ਵਿੱਚ ਆਉਂਦਾ ਹੈ। ਯਾਨੀ ਸੰਗਠਨ ਬਣਿਆ ਕਿਉਂ ਹੈ ਔਰ ਸੰਗਠਨ ਨਿਰੰਤਰ ਕਾਰਜ ਕਰਦਾ ਹੈ। ਟੀਚਿਆਂ ਦਾ ਸੰਬੰਧ ਲੌਂਗ ਟਰਮ ਨਾਲ ਹੁੰਦਾ ਹੈ, ਯਾਨੀ ਭਵਿੱਖ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਉਹਨੂੰ ਆਪਦੇ ਆਪ ਨੂੰ ਕਿੱਥੇ ਵੇਖਦੇ ਹੋ, ਤੁਹਾਡਾ ਮਤਲਬ ਨਿਸ਼ਾਨਾ ਕੀ ਹੈ, ਤੁਸੀਂ ਪਹੁੰਚਣਾ ਕਿੱਥੇ ਚਾਹੁੰਦੇ ਹੋ। ਇਹ ਕੁਝ ਉਹਨਾਂ ਟੀਚਿਆਂ ਦੀ ਪ੍ਰਾਪਤੀ ਲਈ ਆਪਾਂ ਨੂੰ ਬੇਟੇ ਛੋਟੇ ਛੋਟੇ ਗੋਲਸ ਵੀ ਡਿਸਾਈਡ ਕਰਨੇ ਪੈਂਦੇ ਹਨ, ਕਿਉਂਕਿ ਸਟੈਪ ਬਾਈ ਸਟੈਪ ਹਰ ਚੀਜ਼ ਹੁੰਦੀ ਹੈ। ਕਦੇ ਵੀ ਵੱਡੇ ਨਿਸ਼ਾਨੇ ਤੇ ਪਹੁੰਚਣ ਵਾਸਤੇ ਛੋਟੇ ਛੋਟੇ ਤੁਹਾਨੂੰ ਸ਼ਾਰਟ ਗੋਲਸ ਵੀ ਬਣਾਉਣੇ ਪੈਂਦੇ ਹਨ, ਤਾਂ ਉਹਨਾਂ ਨੂੰ ਆਪਾਂ ਸ਼ਾਰਟ ਗੋਲਸ ਕਹਿੰਦੇ ਹਾਂ। ਤਾਂ ਨੈਕਸਟ ਜਿਹੜਾ ਆਪਣਾ ਲਾਸਟ ਜਿਹੜਾ ਅੰਤਿਮ ਗੋਲ ਹੁੰਦਾ ਹੈ ਉਹਨੂੰ ਆਪਾਂ ਲੌਂਗ ਟਰਮ ਗੋਲ ਕਹਿੰਦੇ ਹਾਂ। ਤਾਂ ਟੀਚਿਆਂ ਦਾ ਨਿਰਧਾਰਨ ਹਮੇਸ਼ਾ ਵੇਖੋ, ਟੀਚੇ ਜਿਹੜੇ ਨੇ ਕਿਸੇ ਵੀ ਕੰਪਨੀ ਦੇ ਹਮੇਸ਼ਾ ਹਾਈ ਲੈਵਲ ਮੈਨੇਜਮੈਂਟ ਦੁਆਰਾ ਜਿਹੜੀ ਪਲੈਨਿੰਗ ਕਰਦੀ ਹੈ ਉਸ ਦੇ ਦੁਆਰਾ ਹੀ ਡਿਸਾਈਡ ਕੀਤੇ ਜਾਂਦੇ ਹਨ, ਕਿਉਂਕਿ ਉਹਨਾਂ ਦਾ ਹੀ ਕੰਪਨੀ ਦੇ ਵਿੱਚ ਜਾਂ ਬਿਜ਼ਨਸ ਦੇ ਵਿੱਚ ਜਾਂ ਜੋ ਉਸ ਨੂੰ ਚਲਾਉਣ ਵਾਲੇ ਮਾਲਕ ਨੇ ਉਹਨਾਂ ਦਾ ਹੀ ਪੈਸਾ ਲੱਗਿਆ ਹੁੰਦਾ ਹੈ। ਤਾਂ ਇਸ ਨੂੰ ਆਪਾਂ ਬੇਟੇ ਟੀਚੇ ਕਹਿੰਦੇ ਹਾਂ ਜਾਂ ਗੋਲਸ ਕਹਿੰਦੇ ਹਾਂ। ਕੁਝ ਉਦਾਹਰਨਾਂ ਦੇਖ ਲਓ, ਜਿਵੇਂ ਸੰਗਠਨ ਦੀ ਜਾਂ ਆਰਗੇਨਾਈਜੇਸ਼ਨ ਦੀ ਵਿਕਰੀ ਦੇ ਵਿੱਚ ਲਗਾਤਾਰ ਵਾਧਾ ਕਰਨਾ ਔਰ ਇੱਕ ਵੱਡੀ ਕੰਪਨੀ ਬਣਨਾ, ਇਹ ਇੱਕ ਟੀਚਾ ਹੋ ਸਕਦਾ ਹੈ। ਉਤਪਾਦਨ ਦੀ ਲਾਗਤ ਵਿੱਚ ਕਮੀ ਕਰਨਾ, ਯਾਨੀ ਘੱਟ ਤੋਂ ਘੱਟ ਲਾਗਤ ਤੇ ਵਧੀਆ ਤੋਂ ਵਧੀਆ ਕੁਆਲਿਟੀ ਦੀਆਂ ਚੀਜ਼ਾਂ ਤਿਆਰ ਕਰਨਾ, ਇਹ ਇੱਕ ਟੀਚਾ ਹੋ ਸਕਦਾ ਹੈ। ਵੀ ਆਉਣ ਵਾਲੇ ਟਾਈਮ ਦੇ ਵਿੱਚ ਵੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਇੱਕ ਵੱਡੇ ਲਾਭ ਵੱਲ ਲੈ ਕੇ ਜਾਣਗੀਆਂ। ਇਹ ਵੱਡੀਆਂ ਕੰਪਨੀਆਂ ਦੇ ਹਮੇਸ਼ਾ ਗੋਲਸ ਹੁੰਦੇ ਨੇ। ਤਾਂ ਜਿਵੇਂ ਆਪਾਂ ਇੱਕ ਲਾਈਵ ਐਗਜ਼ਾਮਪਲ ਆਪਣੀ ਲਾਈਫ 'ਚੋਂ ਲੈ ਲਈਏ, ਵੀ ਆਪਣਾ ਜਿਵੇਂ ਟੀਚਾ ਹੋਵੇ ਵੀ ਮੈਂ ਕਾਮਰਸ ਦੀ ਪੜ੍ਹਾਈ ਕਰਕੇ ਸੀਏ ਬਣਨਾ ਹੈ, ਤਾਂ ਇਹ ਆਪਣਾ ਟੀਚਾ ਹੈ। ਉਹਦੀ ਪ੍ਰਾਪਤੀ ਲਈ ਜੇ ਆਪਣਾ ਟੀਚਾ ਹੋਏਗਾ ਤਾਂ ਆਪਾਂ ਉਹਦੀ ਪ੍ਰਾਪਤੀ ਲਈ ਯਤਨ ਕਰਾਂਗੇ। ਉਹਦੀ ਪ੍ਰਾਪਤੀ ਲਈ ਆਪਾਂ ਛੋਟੇ ਛੋਟੇ ਜਿਹੜੇ ਗੋਲਸ ਬਣਾਉਂਦੇ ਹਾਂ ਉਹਨਾਂ ਨੂੰ ਆਪਾਂ ਨੈਕਸਟ ਜਿਹੜੀ ਟਰਮ ਹੈ ਆਪਾਂ ਉਹਨਾਂ ਨੂੰ ਆਬਜੈਕਟਿਵਸ ਵੀ ਕਹਿ ਸਕਦੇ ਹਾਂ। ਤਾਂ ਨੈਕਸਟ ਜਿਹੜੀ ਟਰਮ ਹੈ ਉਹ ਆਪਾਂ ਡਿਸਕਸ ਕਰਾਂਗੇ ਆਬਜੈਕਟਿਵਸ, ਜਿਹਨੂੰ ਪੰਜਾਬੀ ਦੇ ਵਿੱਚ ਤੁਸੀਂ ਉਦੇਸ਼ ਵੀ ਕਹਿ ਸਕਦੇ ਹੋ। ਉਦੇਸ਼ ਤਾਂ ਆਪਾਂ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਵੱਡੇ ਗੋਲਸ ਦੀ ਪ੍ਰਾਪਤੀ ਲਈ ਜੋ ਛੋਟੇ ਛੋਟੇ ਗੋਲਸ ਜਾਂ ਆਬਜੈਕਟਿਵਸ ਬਣਾਏ ਜਾਂਦੇ ਹਨ, ਉਦੇਸ਼ ਬਣਾਏ ਜਾਂਦੇ ਹਨ, ਜਿਹੜੇ ਵਿਸ਼ੇਸ਼ ਉਦੇਸ਼ ਬਣਾਏ ਜਾਂਦੇ ਹਨ, ਜਿਨ੍ਹਾਂ ਦਾ ਸੰਗਠਨ ਦੀ ਭਵਿੱਖ ਵਿੱਚ ਆਉਣ ਵਾਲੀ ਜਿਹੜੀ ਭਵਿੱਖ ਵਿੱਚ ਸੰਗਠਨ ਜੋ ਬਣਨਾ ਚਾਹੁੰਦਾ ਹੈ ਉਸ ਨੂੰ ਪ੍ਰਾਪਤ ਕਰਨ ਲਈ ਨਿਰੰਤਰ ਯਤਨ ਕਰਨਾ ਉਹਨਾਂ ਦਾ ਮਕਸਦ ਹੁੰਦਾ ਹੈ। ਉਦੇਸ਼ ਸੰਗਠਨ ਦੀਆਂ ਗਤੀਵਿਧੀਆਂ ਦਾ ਅੰਤਮ ਨਤੀਜਾ ਹੁੰਦੇ ਹਨ ਜਿਨ੍ਹਾਂ ਦੀ ਪ੍ਰਾਪਤੀ ਲਈ ਸੰਗਠਨ ਕਾਰਜਸ਼ੀਲ ਹੈ। ਉਦੇਸ਼ ਉਹਨਾਂ ਸਥਿਤੀਆਂ ਨੂੰ ਨਿਰਧਾਰਤ ਕਰਦੇ ਹਨ ਜਿਨ੍ਹਾਂ ਨੂੰ ਸੰਗਠਨ ਭਵਿੱਖ ਵਿੱਚ ਪ੍ਰਾਪਤ ਕਰਨ ਦਾ ਇੱਛੁਕ ਹੈ। ਯਾਨੀ ਸੰਗਠਨ ਦੇ ਜਿਹੜੇ ਟੀਚੇ ਨੇ ਉਹਨਾਂ ਨੂੰ ਪ੍ਰਾਪਤੀ ਕਰਨ ਲਈ ਜਿਹੜੇ ਛੋਟੇ ਛੋਟੇ ਆਬਜੈਕਟਿਵਸ ਬਣਾਏ ਜਾਂਦੇ ਹਨ ਜਿਨ੍ਹਾਂ ਨੂੰ ਸੰਗਠਨ ਭਵਿੱਖ ਵਿੱਚ ਪ੍ਰਾਪਤ ਕਰਨਾ ਚਾਹੁੰਦਾ ਹੈ। ਤਾਂ ਇਹ ਜਿਹੜੇ ਛੋਟੇ ਛੋਟੇ
ਉਦੇਸ਼ ਫਿਕਸ ਕੀਤੇ ਜਾਂਦੇ ਹਨ, ਆਬਜੈਕਟਿਵਸ ਫਿਕਸ ਕੀਤੇ ਜਾਂਦੇ ਹਨ ਹਾਈ ਲੈਵਲ ਮੈਨੇਜਮੈਂਟ ਦੁਆਰਾ। ਉਹਨਾਂ ਨੂੰ ਆਪਾਂ ਉਦੇਸ਼ ਕਹਿੰਦੇ ਹਾਂ, ਜਿਹੜੇ ਕਿ ਹਰ ਲੈਵਲ ਤੇ ਫਿਕਸ ਕੀਤੇ ਜਾਂਦੇ ਹਨ। ਲੋਅਰ ਲੈਵਲ ਮੈਨੇਜਮੈਂਟ ਵਾਸਤੇ ਵੀ, ਮੀਡੀਅਮ ਲੈਵਲ ਮੈਨੇਜਮੈਂਟ ਵਾਸਤੇ ਵੀ ਔਰ ਹਾਇਰ ਲੈਵਲ ਮੈਨੇਜਮੈਂਟ ਵਾਸਤੇ ਵੀ ਫਿਕਸ ਕੀਤੇ ਜਾ ਸਕਦੇ ਹਨ, ਤਾਂ ਕਿ ਇੱਕ ਨਿਸ਼ਾਨਾ ਜਦੋਂ ਆਪਣਾ ਬਣਦਾ ਹੈ, ਇੱਕ ਉਦੇਸ਼, ਇੱਕ ਆਬਜੈਕਟਿਵ ਬਣਦਾ ਹੈ, ਤਾਂ ਆਪਣੀਆਂ ਸਾਰੀਆਂ ਐਕਟੀਵਿਟੀਜ਼ ਉਸ ਉਦੇਸ਼ ਦੇ ਦੁਆਲੇ ਫੋਕਸ ਹੋ ਜਾਂਦੀਆਂ ਹਨ। ਹੁਣ ਆਪਾਂ ਇਹਨੂੰ ਆਪਣੀ ਲਾਈਫ ਦੇ ਵਿੱਚੋਂ ਜੇ ਕੋਈ ਐਗਜ਼ਾਮਪਲ ਲੈ ਲਈਏ, ਜਿਵੇਂ ਹੁਣ ਮੰਨ ਲਓ ਆਪਣਾ ਮੇਨ ਨਿਸ਼ਾਨਾ ਤਾਂ ਹੈ ਸੀਏ ਬਣਨਾ, ਤਾਂ ਸੀਏ ਬਣਨ ਵਾਸਤੇ ਆਪਾਂ ਨੂੰ ਪਤਾ ਹੈ ਵੀ ਸਭ ਤੋਂ ਪਹਿਲਾਂ ਆਪਣਾ ਕੰਮ ਹੋਣਾ ਚਾਹੀਦਾ ਵੀ +2 ਜਿਹੜੀ ਹੈ ਉਹ ਬਹੁਤ ਵਧੀਆ ਨੰਬਰਾਂ ਦੇ ਨਾਲ ਪਾਸ ਕੀਤੀ ਜਾਵੇ। ਤਾਂ ਆਪਣਾ ਇਸ ਸਾਲ ਦਾ ਕੀ ਉਦੇਸ਼ ਹੋ ਗਿਆ, ਇਹ +2 ਦੇ ਵਿੱਚੋਂ ਵਧੀਆ ਨੰਬਰ ਪ੍ਰਾਪਤ ਕਰਨਾ। ਤਾਂ ਉਹਦੇ ਵਾਸਤੇ ਬੇਟੇ ਆਪਾਂ ਨੂੰ ਫਿਰ ਛੋਟੇ ਛੋਟੇ ਪਲਾਨਸ ਬਣਾਉਣੇ ਪੈਣਗੇ, ਕਿਉਂਕਿ +2 ਦੇ ਵਧੀਆ ਨੰਬਰ ਪ੍ਰਾਪਤ ਕਰਨ ਵਾਸਤੇ ਆਪਾਂ ਨੂੰ ਆਪਣੇ ਟਾਈਮ ਨੂੰ ਮੈਨੇਜ ਕਰਨਾ ਪਏਗਾ, ਆਪਾਂ ਨੂੰ ਹਰ ਰੋਜ਼ ਪੜ੍ਹਾਈ ਕਰਨੀ ਪਏਗੀ, ਆਪਾਂ ਨੂੰ ਹਰ ਰੋਜ਼ ਆਪਣੇ ਸਿਲੇਬਸ ਦੇ ਅਨੁਸਾਰ ਹਰੇਕ ਸਬਜੈਕਟ ਦੀ ਪੜ੍ਹਾਈ ਕਰਨੀ ਪਏਗੀ। ਤਾਂ ਆਪਾਂ ਉਹਨਾਂ ਉਦੇਸ਼ਾਂ ਦੀ ਪ੍ਰਾਪਤੀ ਲਈ, ਉਸ ਉਦੇਸ਼ ਦੀ ਪ੍ਰਾਪਤੀ ਲਈ ਆਪਾਂ ਨੂੰ ਨਿੱਕੇ ਨਿੱਕੇ ਸ਼ਾਰਟ ਟਰਮ ਉਦੇਸ਼ ਵੀ ਬਣਾਉਣੇ ਪੈਣਗੇ। ਤਾਂ ਜੇ ਆਪਾਂ ਬਿਜ਼ਨਸ ਦੇ ਵਿੱਚੋਂ ਕੋਈ ਐਗਜ਼ਾਮਪਲ ਲੈ ਲਈਏ, ਜਿਵੇਂ ਕੰਪਨੀ ਨੇ ਫਿਕਸ ਕਰ ਦਿੱਤਾ ਵੀ ਇਸ ਸਾਲ ਅਸੀਂ ਆਪਣੀ ਉਤਪਾਦਨ ਲਾਗਤ ਦੇ ਵਿੱਚ 10% ਕਮੀ ਕਰਨੀ ਹੈ। ਹੁਣ ਉਹ 10% ਯਾਨੀ ਪ੍ਰੋਡਕਸ਼ਨ ਜਿਹੜੀ ਹੈ, ਮੰਨ ਲਓ ਇੱਕ ਚੀਜ਼ ਆਪਾਂ 100 ਰੁਪਏ 'ਚ ਤਿਆਰ ਕਰ ਰਹੇ ਹਾਂ, ਤਾਂ ਉਸ ਨੂੰ ਇਸ ਸਾਲ ਦਾ ਸਾਡਾ ਟਾਰਗੇਟ ਹੈ ਵੀ ਉਸ ਚੀਜ਼ ਨੂੰ ਅਸੀਂ 90 ਰੁਪਏ 'ਚ ਤਿਆਰ ਕਰਨਾ ਹੈ। ਤਾਂ ਉਹ 90 ਰੁਪਏ 'ਚ ਜੇ ਆਪਾਂ ਉਸ ਚੀਜ਼ ਨੂੰ ਤਿਆਰ ਕਰ ਲੈਂਦੇ ਹਾਂ ਔਰ ਮਾਰਕੀਟ ਦੇ ਵਿੱਚ ਆਪਾਂ ਉਸ ਨੂੰ 120 ਰੁਪਏ 'ਚ ਵੇਚਦੇ ਹਾਂ, ਜੇ ਉਸ ਨੂੰ 120 ਰੁਪਏ 'ਚ ਆਪਾਂ ਮਾਰਕੀਟ ਦੇ ਵਿੱਚ ਵੇਚਦੇ ਹਾਂ, ਜਿੱਥੇ ਸਾਨੂੰ ਪਹਿਲੇ 20 ਰੁਪਏ ਬਚ ਰਹੇ ਸੀ ਇੱਕ ਚੀਜ਼ ਦੇ ਮਗਰ, ਹੁਣ ਸਾਨੂੰ ਉਸ ਚੀਜ਼ ਦੇ ਮਗਰ 30 ਰੁਪਏ ਬਚਣਗੇ। ਤਾਂ ਉਤਪਾਦਨ ਲਾਗਤ ਦੇ ਵਿੱਚ 10% ਕਮੀ ਕਰਨਾ। ਜੇ ਆਪਾਂ ਆਪਣੀ ਪ੍ਰੋਡਕਸ਼ਨ ਕਾਸਟ ਜਿਹੜੀ ਹੈ ਉਸ ਨੂੰ ਘਟਾ ਲੈਂਦੇ ਹਾਂ, ਤਾਂ ਆਪਣਾ ਪ੍ਰੋਫਿਟ ਆਟੋਮੈਟਿਕਲੀ ਵੱਧ ਜਾਂਦਾ ਹੈ। ਇਹ ਆਪਾਂ ਪਲੈਨਿੰਗ ਹੈ ਆਪਣੀ। ਜੇ ਉਸ ਉਦੇਸ਼ ਦੀ ਪ੍ਰਾਪਤੀ ਲਈ ਆਪਾਂ ਨੂੰ ਅੱਗੇ ਲਗਾਤਾਰ ਯਤਨ ਕਰਨੇ ਪੈਣਗੇ, ਤਾਂ ਹੀ ਉਹ ਆਪਾਂ ਟਾਰਗੇਟ ਅਚੀਵ ਕਰਾਂਗੇ। ਐਵੇਂ ਆਪਾਂ ਸੇਲ ਦੇ ਵਿੱਚ ਟਾਰਗੇਟ ਰੱਖ ਸਕਦੇ ਹਾਂ। ਸੇਲ ਦੇ ਵਿੱਚ ਆਪਾਂ ਇਸ ਕਰੰਟ ਈਅਰ ਦਾ, ਇਸ ਫਾਈਨੈਂਸ਼ੀਅਲ ਈਅਰ ਦਾ ਟਾਰਗੇਟ ਰੱਖ ਸਕਦੇ ਹਾਂ ਵੀ 15% ਅਸੀਂ ਆਪਣੀ ਸੇਲ ਦੇ ਵਿੱਚ ਵਾਧਾ ਕਰਨਾ ਹੈ। ਤਾਂ ਇਹ ਆਪਣਾ ਇੱਕ ਟਾਰਗੇਟ ਹੋ ਜਾਏਗਾ, ਉਦੇਸ਼ ਹੋ ਜਾਏਗਾ। ਬੇਟੇ ਟੌਪਿਕ ਬਹੁਤ ਵੱਡਾ ਹੈ, ਮੇਰੀ ਕੋਸ਼ਿਸ਼ ਹੈ ਇਹਨੂੰ ਸ਼ਾਰਟ ਦੇ ਵਿੱਚ ਵਾਈਂਡ ਅਪ ਕੀਤਾ ਜਾਵੇ। ਤੁਸੀਂ ਬੁੱਕ ਤੋਂ ਜ਼ਿਆਦਾ ਇਹਨੂੰ ਕਰਨ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਨਹੀਂ ਤਾਂ ਵੀਡੀਓ ਬਹੁਤ ਜ਼ਿਆਦਾ ਵੱਡੀ ਹੋ ਜਾਏਗੀ। ਤਾਂ ਅੱਗੇ ਬੇਟੇ ਹੈਗੀ ਆਪਣੀ ਨੀਤੀ ਜਾਂ ਪਾਲਿਸੀ। ਨੀਤੀ ਜਾਂ ਪਾਲਿਸੀ ਬੇਟੇ ਹਰੇਕ ਬਿਜ਼ਨਸ ਦੀ ਅਲੱਗ-ਅਲੱਗ ਹੁੰਦੀ ਹੈ। ਵੇਖੋ, ਕੁਝ ਬਿਜ਼ਨਸ ਇਸ ਤਰ੍ਹਾਂ ਦੇ ਕੰਮ ਕਰਦੇ ਹਨ ਜਿਨ੍ਹਾਂ ਦਾ ਟਾਰਗੇਟ ਹੁੰਦਾ ਵੀ ਅਸੀਂ ਸਸਤੇ ਤੋਂ ਸਸਤਾ ਮਾਲ ਬਣਾਉਣਾ ਹੈ ਔਰ ਕੁਆਲਿਟੀ ਕਿਹੋ ਜਿਹੀ ਵੀ ਬਣੇ, ਅਸੀਂ ਸਸਤੇ ਤੋਂ ਸਸਤਾ ਮਾਲ ਬਣਾ ਕੇ ਮਾਰਕੀਟ ਦੇ ਵਿੱਚ ਦੇਣਾ ਹੈ, ਤਾਂ ਕਿ ਸਾਡਾ ਵੱਧ ਤੋਂ ਵੱਧ ਵਿਕਰੀ ਹੋਵੇ। ਵੱਧ ਤੋਂ ਵੱਧ ਵਿਕਰੀ ਹੋਵੇ ਤੇ ਸਾਨੂੰ ਵੱਧ ਤੋਂ ਵੱਧ ਪ੍ਰੋਫਿਟ ਹੋਵੇ। ਇਹ ਇੱਕ ਕੰਪਨੀ ਦੀ ਪਾਲਿਸੀ ਹੋ ਸਕਦੀ ਹੈ। ਨੈਕਸਟ ਕੰਪਨੀ ਦੀ ਇਹ ਪਾਲਿਸੀ ਹੋ ਸਕਦੀ ਹੈ ਵੀ ਅਸੀਂ ਵਧੀਆ ਤੋਂ ਵਧੀਆ ਚੀਜ਼ ਬਣਾਉਣੀ ਹੈ ਔਰ ਅਸੀਂ ਮਹਿੰਗੀ ਵੇਚਣੀ। ਵੇਖੋ, ਉਹ ਇੱਕ ਹੋਰ ਕੰਪਨੀ ਦੀ ਪਾਲਿਸੀ ਹੋ ਸਕਦੀ ਹੈ। ਬਹੁਤ ਸਾਰੀਆਂ ਕੰਪਨੀਆਂ ਐਸੀਆਂ ਨੇ ਜਿਹੜੀਆਂ ਕਸਟਮਰ ਸੈਟਿਸਫੈਕਸ਼ਨ ਜਿਨ੍ਹਾਂ ਦਾ ਮੋਟੋ ਹੁੰਦਾ ਹੈ, ਜਿਨ੍ਹਾਂ ਦੀ ਇੱਕ ਨੀਤੀ ਹੁੰਦੀ ਹੈ ਵੀ ਅਸੀਂ ਜੋ ਵੀ ਚੀਜ਼ ਵੇਚ ਰਹੇ ਹਾਂ, ਸਾਡਾ ਕਸਟਮਰ ਜਿਹੜਾ ਹੈ ਸੈਟਿਸਫਾਈਡ ਹੋਣਾ ਚਾਹੀਦਾ। ਤਾਂ ਹਰ ਕੰਪਨੀ ਦੀ, ਹਰ ਫੈਕਟਰੀ ਦੀ, ਹਰ ਉਦਯੋਗ ਦੀ ਇੱਕ ਅਲੱਗ-ਅਲੱਗ ਤਰ੍ਹਾਂ ਦੀ ਕੰਮ ਕਰਨ ਦੀ ਪਾਲਿਸੀ ਹੁੰਦੀ ਹੈ, ਜਿਸ ਦੇ ਅਨੁਸਾਰ ਉਹ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਕਾਰਜ ਕਰਦੇ ਹਨ। ਤਾਂ ਇਹਨੂੰ ਆਪਾਂ ਬੇਟੇ ਕਹਿੰਦੇ ਹਾਂ ਨੀਤੀਆਂ। ਕੀ ਕਹਿੰਦੇ ਹਾਂ? ਨੀਤੀਆਂ, ਜਿਹੜੀਆਂ ਕਿ ਅਲੱਗ-ਅਲੱਗ ਬਿਜ਼ਨਸਿਸ ਦੀਆਂ ਅਲੱਗ-ਅਲੱਗ ਹੁੰਦੀਆਂ ਹਨ। ਕੁਝ ਲਘੂ ਨੀਤੀਆਂ ਵੀ ਹੁੰਦੀਆਂ ਹਨ ਔਰ ਮੁੱਖ ਨੀਤੀ ਵੀ ਹੁੰਦੀ ਹੈ। ਹਰੇਕ ਬਿਜ਼ਨਸ ਦੀ ਇੱਕ ਮੁੱਖ ਨੀਤੀ ਹੁੰਦੀ ਹੈ ਔਰ ਇੱਕ ਹਰੇਕ ਬਿਜ਼ਨਸ ਦੀ ਲਘੂ ਨੀਤੀ ਹੁੰਦੀ ਹੈ। ਜਿਹੜੀ ਮੁੱਖ ਨੀਤੀ ਹੁੰਦੀ ਹੈ ਉਹਦੇ ਬਾਰੇ ਸਭ ਨੂੰ ਨੌਲੇਜ ਹੁੰਦੀ ਹੈ ਔਰ ਜਿਹੜੀ ਲਘੂ ਨੀਤੀ ਹੁੰਦੀ ਹੈ ਉਸ ਦੇ ਬਾਰੇ ਸਿਰਫ ਕੰਪਨੀ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਹੀ ਉਸ ਦੀ ਨੌਲੇਜ ਹੁੰਦੀ ਹੈ, ਯਾਨੀ ਜਿਸ ਬੇਸ 'ਤੇ ਉਹ ਕੰਪਨੀ ਕੰਮ ਕਰ ਰਹੀ ਹੈ। ਤਾਂ ਇਹ ਬੇਟੇ ਅਲੱਗ-ਅਲੱਗ ਕੰਪਨੀਆਂ ਦੀਆਂ ਅਲੱਗ-ਅਲੱਗ ਪਾਲਿਸੀਜ਼ ਹੁੰਦੀਆਂ ਹਨ। ਜਿਵੇਂ ਕੁਝ ਕੰਪਨੀਆਂ ਤਾਂ ਇਸ ਬੇਸ 'ਤੇ, ਜਿਵੇਂ ਕਰਮਚਾਰੀਆਂ ਦੀ ਨਿਯੁਕਤੀ ਕਰਨ ਦੀ ਹਰੇਕ ਕੰਪਨੀ ਦੀ ਅਲੱਗ ਪਾਲਿਸੀ ਹੋ ਸਕਦੀ ਹੈ। ਕੁਝ ਕੰਪਨੀਆਂ ਇਸ ਤਰ੍ਹਾਂ ਦੇ ਕਰਮਚਾਰੀਆਂ ਦੀ ਨਿਯੁਕਤੀ ਕਰਦੀਆਂ ਹਨ ਜਿਹੜੇ ਕਿ ਸਕਿਲਡ ਹੁੰਦੇ ਹਨ। ਤਾਂ ਕੁਝ ਕੰਪਨੀਆਂ ਦੀ ਨੀਤੀ ਇਸ ਤਰ੍ਹਾਂ ਦੀ ਹੋ ਸਕਦੀ ਹੈ
ਵੀ ਆਪਾਂ ਕਰਮਚਾਰੀ ਨੂੰ ਕੰਮ ਤੇ ਰੱਖਾਂਗੇ ਔਰ ਉਹਨੂੰ ਕੰਮ ਸਿਖਾ ਲਾਂਗੇ, ਸਾਨੂੰ ਸਸਤਾ ਇੰਪਲੋਈ ਮਿਲ ਜੇ। ਕੁਝ ਕੰਪਨੀਆਂ ਇਸ ਤਰ੍ਹਾਂ ਸੋਚਦੀਆਂ ਵੀ ਅਸੀਂ ਵਧੀਆ ਇੰਪਲੋਈਜ਼ ਹੀ ਲੈ ਕੇ ਆਣੇ ਨੇ ਤਾਂ ਕਿ ਜੋ ਪੂਰੀ ਤਰ੍ਹਾਂ ਨੌਲੇਜ ਵਾਲੇ ਹੋਣ, ਪੂਰੀ ਤਰ੍ਹਾਂ ਸਕਿਲਡ ਹੋਣ, ਜਿਹੜੇ ਵਧੀਆ ਕੰਮ ਕਰਨ, ਜਿਨ੍ਹਾਂ ਨੂੰ ਸਿਖਾਉਣਾ ਨਾ ਪਵੇ। ਹਰ ਕੰਪਨੀ ਦੀ ਅਲੱਗ-ਅਲੱਗ ਪਾਲਿਸੀ ਜਾਂ ਨੀਤੀ ਜਾਂ ਮਾਪਦੰਡ ਹੋ ਸਕਦੇ ਹਨ। ਕਾਰਜ ਵਿਧੀਆਂ ਜਾਂ ਪ੍ਰੋਸੀਜਰ। ਕਾਰਜ ਵਿਧੀਆਂ ਜਾਂ ਪ੍ਰੋਸੀਜਰ ਉਹ ਢੰਗ ਹੁੰਦਾ ਹੈ ਜਾਂ ਉਹ ਵਿਧੀ ਹੁੰਦੀ ਹੈ ਜੋ ਕੋਈ ਵੀ ਕੰਪਨੀ ਅਪਣਾਉਂਦੀ ਹੈ ਕਿਸੇ ਵਿਸ਼ੇਸ਼ ਕਾਰਜ ਨੂੰ ਪੂਰਾ ਕਰਨ ਲਈ। ਤੁਹਾਨੂੰ ਵੀ ਪਤਾ ਬੇਟੇ, ਹਰ ਕੰਮ ਨੂੰ ਕਰਨ ਦਾ ਇੱਕ ਪ੍ਰੋਸੀਜਰ ਹੁੰਦਾ ਹੈ। ਫਾਰ ਐਗਜ਼ਾਮਪਲ ਤੁਸੀਂ ਇੱਕ ਆਪਾਂ ਜੇ ਲਾਈਵ ਐਗਜ਼ਾਮਪਲ ਇੱਕ ਲਈਏ ਵੀ ਆਪਾਂ ਸਕੂਲ ਦੇ ਵਿੱਚ ਐਡਮਿਸ਼ਨ ਲੈਣੀ ਹੈ। ਹੁਣ ਸਕੂਲ ਦੇ ਵਿੱਚ ਐਡਮਿਸ਼ਨ ਲੈਣ ਦਾ ਇੱਕ ਪ੍ਰੋਸੀਜਰ ਹੁੰਦਾ ਹੈ। ਪਹਿਲੇ ਆਪਾਂ ਨੂੰ ਫਾਰਮ ਲੈਣਾ ਪੈਂਦਾ ਹੈ, ਉਸ ਦੇ ਨਾਲ ਆਪਾਂ ਆਧਾਰ ਕਾਰਡ ਲਗਾਉਂਦੇ ਹਾਂ, ਉਸ ਦੇ ਨਾਲ ਆਪਾਂ ਆਪਣੀ ਪੁਰਾਣੀ ਕਲਾਸ ਦਾ ਸਰਟੀਫਿਕੇਟ ਲਗਾਉਂਦੇ ਹਾਂ। ਜੇ ਆਪਾਂ ਨਵੇਂ ਸਿਰੇ ਤੋਂ ਐਡਮਿਸ਼ਨ ਲੈ ਲਿਆ ਤਾਂ ਆਪਾਂ ਜਨਮ ਸਰਟੀਫਿਕੇਟ ਲਾਉਂਦੇ ਹਾਂ। ਤਾਂ ਉਸ ਤੋਂ ਬਾਅਦ ਉਹ ਸਾਰੇ ਸਰਟੀਫਿਕੇਟਸ ਜਿਹੜੇ ਨੇ ਉਹਨਾਂ ਦੀ ਕਾਪੀਜ਼ ਲਗਾ ਕੇ ਆਪਾਂ ਪ੍ਰਿੰਸੀਪਲ ਸਰ ਨੂੰ ਮਿਲਦੇ ਹਾਂ। ਪ੍ਰਿੰਸੀਪਲ ਸਰ ਆਪਾਂ ਨੂੰ ਅਲਾਉ ਕਰਦੇ ਨੇ ਤਾਂ ਉਸ ਤੋਂ ਬਾਅਦ ਆਪਣੀ ਐਡਮਿਸ਼ਨ ਉਸ ਸਕੂਲ ਦੇ ਵਿੱਚ ਹੁੰਦੀ ਹੈ। ਐਵੇਂ ਜਦੋਂ ਆਪਾਂ ਕਿਸੇ ਬੈਂਕ ਦੇ ਵਿੱਚ ਖਾਤਾ ਖੁਲਵਾਉਂਦੇ ਹਾਂ ਤਾਂ ਇੱਕ ਵਿਸ਼ੇਸ਼ ਪ੍ਰੋਸੀਜਰ ਦੇ ਵਿੱਚੋਂ ਲੰਘ ਕੇ ਆਪਣਾ ਖਾਤਾ ਖੁੱਲ੍ਹਦਾ ਹੈ। ਯਾਨੀ ਹਰ ਕੰਮ ਨੂੰ ਬੇਟੇ ਕਰਨ ਦਾ ਇੱਕ ਢੰਗ ਹੁੰਦਾ ਹੈ। ਹਰ ਕੰਪਨੀ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੰਮਾਂ ਨੂੰ ਕਰਨ ਲਈ ਇੱਕ ਵਿਸ਼ੇਸ਼ ਪ੍ਰੋਸੀਜਰ ਅਡਾਪਟ ਕੀਤਾ ਜਾਂਦਾ ਹੈ ਤਾਂ ਕਿ ਉਸ ਕੰਮ ਨੂੰ ਜੇ ਲੋੜ ਪੈਂਦੀ ਹੈ ਕਿਸੇ ਨੂੰ ਵੀ ਕੰਮ ਕਰਨ ਦੀ ਤਾਂ ਉਹ ਉਸ ਢੰਗ ਨਾਲ ਹੀ ਕੰਮ ਕਰੇ ਤਾਂ ਕਿ ਸਮੇਂ ਦੀ ਵੀ ਬਚਤ ਹੋਵੇ ਔਰ ਕੰਪਨੀ ਦੇ ਪੈਸਿਆਂ ਦਾ ਨੁਕਸਾਨ ਵੀ ਨਾ ਹੋਵੇ। ਜਿਵੇਂ ਕਿ ਆਪਾਂ ਐਗਜ਼ਾਮਪਲ ਲਈਏ ਵੀ ਆਪਾਂ ਕਾਰ ਬਣਾ ਰਹੇ ਹਾਂ। ਹੁਣ ਕਾਰ ਬਣਾਉਣ ਵਾਸਤੇ ਵੇਖੋ ਪਹਿਲੇ ਬਾਡੀ ਬਣਾਈ ਜਾਂਦੀ ਹੈ। ਬਾਡੀ ਦੇ ਵਿੱਚ ਇੰਜਨ ਫਿੱਟ ਕੀਤਾ ਜਾ ਸਕਦਾ ਹੈ। ਇੰਜਨ ਫਿੱਟ ਕੀਤਾ ਜਾਂਦਾ। ਇੰਜਨ ਫਿੱਟ ਹੋਣ ਤੋਂ ਬਾਅਦ ਉਸ ਦੇ ਵਿੱਚ ਜਿਹੜੇ ਸਟੀਅਰਿੰਗ ਵਗੈਰਾ ਤੇ ਉਹ ਸਾਰਾ ਇਲੈਕਟ੍ਰੀਕਲ ਦਾ ਕੰਮ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਉਹਦੇ ਟਾਇਰ ਲਗਾਏ ਜਾਂਦੇ ਹਨ। ਟਾਇਰ ਲਗਾਉਣ ਤੋਂ ਬਾਅਦ ਉਹਦੇ ਵਿੱਚ ਸੀਟਾਂ ਫਿੱਟ ਕੀਤੀਆਂ ਜਾਂਦੀਆਂ ਹਨ। ਸੀਟਾਂ ਫਿੱਟ ਹੋਣ ਤੋਂ ਬਾਅਦ ਉਸ ਨੂੰ ਰੰਗ ਕੀਤਾ ਜਾਂਦਾ। ਉਸ ਤੋਂ ਬਾਅਦ ਉਹਦੇ ਦਰਵਾਜ਼ੇ ਬਾਰੀਆਂ ਲਗਾਈਆਂ ਜਾਂਦੀਆਂ ਹਨ। ਫਿਰ ਉਸ ਦੇ ਬਾਹਰ ਵਾਲੇ ਬੰਪਰ ਫਿੱਟ ਕੀਤੇ ਜਾਂਦੇ ਹਨ। ਤਾਂ ਇੱਕ ਵਿਸ਼ੇਸ਼ ਪ੍ਰੋਸੀਜਰ ਹੈ। ਯਾਨੀ ਹਰ ਕੰਮ ਨੂੰ ਕਰਨ ਦਾ ਇੱਕ ਢੰਗ ਹੈ, ਇੱਕ ਵਿਧੀ ਹੈ। ਜਿਹੜਾ ਕੰਮ ਪਹਿਲਾਂ ਕੀਤਾ ਜਾਣਾ ਹੈ ਉਹ ਪਹਿਲਾਂ ਹੀ ਕੀਤਾ ਜਾਣਾ ਹੈ, ਜਿਹੜਾ ਉਸ ਤੋਂ ਬਾਅਦ ਕੀਤਾ ਜਾਣਾ ਹੈ ਉਸ ਨੂੰ ਉਸ ਤੋਂ ਬਾਅਦ ਹੀ ਕੀਤਾ ਜਾਣਾ ਹੈ। ਯਾਨੀ ਇੱਕ ਖਾਸ ਜਿਹੜੀ ਕਾਰਜ ਵਿਧੀ ਕਿਸੇ ਵੀ ਕੰਪਨੀ ਦੇ ਵਿੱਚ ਅਪਣਾਈ ਜਾਂਦੀ ਹੈ ਹਰ ਕੰਮ ਨੂੰ ਕਰਨ ਲਈ, ਉਸ ਨੂੰ ਆਪਾਂ ਬੇਟੇ ਪ੍ਰੋਸੀਜਰ ਕਹਿੰਦੇ ਹਾਂ। ਕਾਰਜ ਵਿਧੀ ਯਾਨੀ ਪ੍ਰੋਸੀਜਰ ਦੇ ਵਿਚਲੇ ਕੰਮਾਂ ਨੂੰ, ਹਰ ਕੰਮ ਨੂੰ, ਮੰਨ ਲਓ ਇੱਕ ਕਾਰਜ ਵਿਧੀ ਹੈ, ਜਿਵੇਂ ਮੈਂ ਤੁਹਾਨੂੰ ਕਾਰ ਦੀ ਐਗਜ਼ਾਮਪਲ ਲਈ। ਕਾਰਜ ਵਿਧੀ ਦੇ ਵਿੱਚ ਇੱਕ ਟਾਇਰ ਕਿਵੇਂ ਫਿੱਟ ਕੀਤੇ ਜਾਣੇ ਹਨ। ਮੰਨ ਲਓ ਕਾਰ ਦੇ ਵਿੱਚ ਟਾਇਰ ਫਿੱਟ ਕਿਵੇਂ ਕੀਤੇ ਜਾਣੇ ਹਨ ਤਾਂ ਉਸ ਟਾਇਰ ਦੀ ਫਿਟਿੰਗ ਲਈ ਜਿਹੜੀ ਵਿਧੀ ਅਪਣਾਈ ਜਾਣੀ ਹੈ ਉਹ ਯਾਨੀ ਪਹਿਲੇ ਰਿਮਸ, ਮੰਨ ਲਓ ਰਿਮ ਇੱਕ ਥਾਂ ਤੇ ਪਏ ਹਨ, ਉੱਥੋਂ ਰਿਮ ਕਲੈਕਟ ਕੀਤੇ ਜਾਣੇ ਹਨ। ਉਸ ਤੋਂ ਬਾਅਦ ਉਹਦੇ ਉੱਪਰ ਟਾਇਰ ਚੜਾਇਆ ਜਾਣਾ ਹੈ, ਜਿੱਥੋਂ ਉਸ ਟਾਇਰਸ ਦੇ ਸੰਬੰਧਿਤ ਟਾਇਰਸ, ਟਿਊਬ, ਕੱਚਾ ਮਾਲ ਇੱਕ ਰੂਮ 'ਚੋਂ ਮਿਲਣਾ ਹੈ। ਉੱਥੋਂ ਪਹਿਲੇ ਉਹ ਪ੍ਰੋਡਕਟ ਲੈਣਾ ਹੈ, ਉਹ ਸਾਰੇ ਚੀਜ਼ਾਂ ਲੈਣੇ ਹਨ। ਫਿਰ ਉਸ ਤੋਂ ਬਾਅਦ ਉਹਨਾਂ ਦੀ ਫਿਟਿੰਗ ਕਰਨੀ ਹੈ। ਫਿਰ ਉਸ ਤੋਂ ਬਾਅਦ ਫਿੱਟ ਕਰਨ ਤੋਂ ਬਾਅਦ ਉਹਨਾਂ ਦੀ ਹਵਾ ਚੈੱਕ ਕੀਤੀ ਜਾਣੀ ਹੈ। ਫਿਰ ਉਸ ਤੋਂ ਬਾਅਦ ਉਹਨਾਂ ਦੀ ਵੀਲ ਬੈਲੈਂਸਿੰਗ ਕੀਤੀ ਜਾਣੀ ਹੈ। ਯਾਨੀ ਉਸ ਕੰਮ ਨੂੰ ਕਰਨ ਲਈ ਜਿਹੜੀ ਵਿਸ਼ੇਸ਼ ਵਿਧੀ ਅਪਣਾਈ ਜਾਂਦੀ ਹੈ ਉਸ ਨੂੰ ਆਪਾਂ ਬੇਟੇ ਮੈਥਡ ਕਹਿੰਦੇ ਹਾਂ। ਯਾਨੀ ਪ੍ਰੋਸੀਜਰ ਦੇ ਵਿੱਚ ਅੱਗੇ ਹਰੇਕ ਵਿਸ਼ੇਸ਼ ਕਾਰਜ ਹਰੇਕ ਕਾਰਜ ਨੂੰ ਕਰਨ ਲਈ ਜਿਹੜਾ ਮੈਥਡ ਜਾਂ ਜਿਹੜੀ ਵਿਧੀ ਅਪਣਾਈ ਜਾਣੀ ਹੈ ਉਸ ਨੂੰ ਆਪਾਂ ਮੈਥਡ ਕਹਿੰਦੇ ਹਾਂ ਜਾਂ ਵਿਧੀਆਂ ਕਹਿੰਦੇ ਹਾਂ। ਯਾਨੀ ਇਹ ਪ੍ਰੋਸੀਜਰ ਦਾ ਹੀ ਹਿੱਸਾ ਹੁੰਦੀਆਂ ਹਨ। ਨੈਕਸਟ ਹੈ ਨਿਯਮ। ਤਾਂ ਨਿਯਮ ਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ, ਜਿਵੇਂ ਕਿ ਹਰ ਸਕੂਲ, ਹਰ ਬੈਂਕ, ਹਰ ਤਰ੍ਹਾਂ ਦੇ ਕੰਮ ਲਈ ਜਾਂ ਹਰ ਅਦਾਰੇ ਲਈ ਕੁਝ ਖਾਸ ਨਿਯਮ ਹੁੰਦੇ ਹਨ। ਜਿਵੇਂ ਆਮ ਤੌਰ 'ਤੇ ਆਪਣੇ ਸਕੂਲ ਦੀ ਗੱਲ ਲੈ ਲਈਏ ਤਾਂ ਨਿਯਮ ਤਾਂ ਵੇਖੋ ਹਰ ਥਾਂ 'ਤੇ ਫੋਲੋ ਕੀਤੇ ਜਾਂਦੇ ਹਨ। ਜਿਵੇਂ ਇਹ ਵੀ ਨਿਯਮ ਹੀ ਹਨ ਵੀ ਹਰ ਸਕੂਲ ਦਾ ਵਿਦਿਆਰਥੀ ਜਿਹੜਾ ਹੈ ਉਹ ਡਰੈਸ ਪਾ ਕੇ ਆਏਗਾ, ਸਮੇਂ ਸਿਰ ਸਕੂਲ ਪਹੁੰਚੇਗਾ, ਸਮੇਂ ਤੋਂ ਪਹਿਲਾਂ ਸਕੂਲ ਛੱਡ ਕੇ ਨਹੀਂ ਜਾਏਗਾ। ਯਾਨੀ ਜਿਵੇਂ ਆਪਾਂ ਲਿਖਿਆ ਹੁੰਦਾ ਹੈ, ਸਕੂਲ ਦੇ ਬਾਹਰ ਹੀ ਲਿਖਿਆ ਹੁੰਦਾ ਹੈ, ਸਕੂਲ ਦੇ ਅੰਦਰ ਤੰਬਾਕੂ ਦੀ ਵਰਤੋਂ ਕਰਨਾ ਮਨ੍ਹਾ ਹੈ। ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸਕੂਲ ਦੇ ਵਿੱਚ ਨਹੀਂ ਕੀਤੀ ਜਾ ਸਕਦੀ। ਬੱਚੇ ਪੜ੍ਹਾਈ ਟਾਈਮ ਸਕੂਲ ਦੇ ਵਿੱਚ ਮੋਬਾਈਲ ਦੀ ਵਰਤੋਂ ਨਹੀਂ ਕਰ ਸਕਦੇ। ਕਰਮਚਾਰੀ ਵੀ ਸਕੂਲ ਦੇ ਵਿੱਚ ਪੜ੍ਹਾਉਂਦੇ ਸਮੇਂ ਮੋਬਾਈਲ ਜਿਹੜਾ ਹੈ
ਉਸ ਦਾ ਪ੍ਰਯੋਗ ਗੱਲਾਂ ਕਰਨ ਲਈ ਨਹੀਂ ਕਰ ਸਕਦੇ। ਪੜ੍ਹਾਈ ਲਈ ਕੀਤਾ ਜਾ ਸਕਦਾ ਹੈ ਪਰ ਗੱਲਾਂ ਕਰਨ ਲਈ ਨਹੀਂ ਕਰ ਸਕਦੇ। ਤਾਂ ਇਸ ਤਰ੍ਹਾਂ ਦੇ ਵਿਸ਼ੇਸ਼ ਨਿਯਮ ਬੇਟੇ ਹਰ ਸੰਸਥਾ ਦੇ ਵਿੱਚ ਲਾਗੂ ਕੀਤੇ ਜਾਂਦੇ ਹਨ, ਕਰਨੇ ਜ਼ਰੂਰੀ ਹੁੰਦੇ ਹਨ, ਕਿਉਂਕਿ ਇਹ ਨਿਯਮ ਜਿਹੜੇ ਨੇ ਸਭ ਦੇ ਦੁਆਰਾ ਅਪਣਾਏ ਜਾਂਦੇ ਹਨ। ਜਿਹੜੇ ਨਿਯਮ ਹਨ ਇਹ ਵੀ ਬੇਟੇ ਹਰ ਸੰਸਥਾ ਨੂੰ ਇੱਕ ਵਧੀਆ ਔਰ ਮਾਡਲ ਸੰਸਥਾ ਬਣਾਉਣ ਲਈ ਜ਼ਰੂਰੀ ਹੁੰਦੇ ਹਨ। ਜਿਵੇਂ ਆਪਾਂ ਅਦਾਰਿਆਂ ਦੇ ਵਿੱਚ ਨਿਯਮ ਹੁੰਦੇ ਹਨ, ਉਵੇਂ ਹੀ ਹਰ ਤਰ੍ਹਾਂ ਦੀਆਂ ਫੈਕਟਰੀਆਂ, ਹਰ ਤਰ੍ਹਾਂ ਦੀਆਂ ਕੰਪਨੀਆਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਰੂਲਸ ਬਣਾਏ ਜਾਂਦੇ ਹਨ, ਜਿਹੜੇ ਕਿ ਸਭ ਨੂੰ ਫੋਲੋ ਕਰਦੇ ਪੈਂਦੇ ਹਨ ਔਰ ਸਭ ਲਈ ਜ਼ਰੂਰੀ ਹੁੰਦੇ ਹਨ। ਅੱਗੇ ਬੇਟੇ ਸਟ੍ਰੈਟਜੀ ਜਾਂ ਰਣਨੀਤੀ। ਆਮ ਤੌਰ 'ਤੇ ਮਿਲਟਰੀ ਜਾਂ ਫੌਜ ਦੇ ਵਿੱਚ ਹਰ ਕੰਮ ਨੂੰ ਕਰਨ ਲਈ ਇੱਕ ਵਿਸ਼ੇਸ਼ ਸਟ੍ਰੈਟਜੀ ਜਾਂ ਰਣਨੀਤੀ ਬਣਾਈ ਜਾਂਦੀ ਹੈ। ਜਿਵੇਂ ਫੌਜ ਦੇ ਵਿੱਚ ਹੀ ਚੱਲਦਾ ਹੈ ਵੀ ਜੇ ਮੰਨ ਲਓ ਦੁਸ਼ਮਣ ਤਾਕਤਾਂ ਦੀਆਂ ਚਾਲਾਂ ਨੂੰ ਸਫਲ ਕਰਨ ਲਈ ਕੋਈ ਖਾਸ ਆਪਾਂ ਯੋਜਨਾ ਜਾਂ ਪਲਾਨ ਬਣਾਉਂਦੇ ਹਾਂ, ਉਸ ਨੂੰ ਆਪਾਂ ਬੇਟੇ ਰਣਨੀਤੀ ਕਹਿੰਦੇ ਹਾਂ। ਜਿਵੇਂ ਕੰਪਨੀਆਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਅਲੱਗ-ਅਲੱਗ ਪਾਲਿਸੀਜ਼ ਬਣਾਈਆਂ ਜਾਂਦੀਆਂ ਨੇ, ਜਿਹੜੀਆਂ ਕਿ ਹਰ ਕੰਪਨੀ ਦੀਆਂ ਅਲੱਗ-ਅਲੱਗ ਹੁੰਦੀਆਂ ਨੇ। ਜਿਵੇਂ ਕਰਮਚਾਰੀਆਂ ਦੇ ਵਿੱਚ ਇੱਕ ਪਾਲਿਸੀ ਹੁੰਦੀ ਹੈ ਵੀ ਇੱਕ ਇਹਦੇ ਵਿੱਚ ਸ਼ਕਤੀ ਹੈ, ਜੇ ਕਰਮਚਾਰੀ ਰਲ ਕੇ ਰਹਿਣਗੇ ਤਾਂ ਕਰਮਚਾਰੀਆਂ ਨੂੰ ਫਾਇਦਾ ਹੁੰਦਾ ਹੈ ਇਸ ਚੀਜ਼ ਦਾ। ਇਸੇ ਤਰ੍ਹਾਂ ਹੀ ਜਿਹੜੀ ਮੈਨੇਜਮੈਂਟ ਹੈ ਉਹ ਹਮੇਸ਼ਾ ਉਹਦੀ ਇੱਕ ਰਣਨੀਤੀ ਹੁੰਦੀ ਹੈ, ਫੁੱਟ ਪਾਓ ਤੇ ਰਾਜ ਕਰੋ। ਯਾਨੀ ਮੈਨੇਜਮੈਂਟ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਕਰਮਚਾਰੀਆਂ ਦੇ ਵਿੱਚ ਆਪਸ ਦੇ ਵਿੱਚ ਏਕਾ ਨਾ ਰਹੇ। ਜਿੰਨਾ ਹੀ ਜ਼ਿਆਦਾ ਏਕਾ ਰਹੇਗਾ ਉਹਨੇ ਇਕੱਠੇ ਹੋਣਗੇ ਔਰ ਉਹਨੇ ਹੀ ਸਾਨੂੰ ਆਪਣੇ ਫੈਸਲੇ ਇਹਨਾਂ 'ਤੇ ਲਾਗੂ ਕਰਨੇ ਔਖੇ ਹੋ ਜਾਣਗੇ। ਜਿਵੇਂ ਇੱਕ ਇਸ ਤਰ੍ਹਾਂ ਦੀ ਵੀ ਰਣਨੀਤੀ ਹੁੰਦੀ ਹੈ, ਜਦੋਂ ਲੋਹਾ ਗਰਮ ਹੋਵੇ ਉਦੋਂ ਸੱਟ ਮਾਰੋ। ਯਾਨੀ ਇਹ ਕੰਪਨੀ ਦੀ ਇਹ ਪਾਲਿਸੀ ਹੈ। ਯਾਨੀ ਜਦੋਂ ਮਾਰਕੀਟ ਦੇ ਵਿੱਚ ਕਿਸੇ ਚੀਜ਼ ਦੀ ਲੋੜ ਹੈ ਉਸ ਵੇਲੇ ਉਹ ਪ੍ਰੋਡਕਟ ਮਾਰਕੀਟ ਦੇ ਵਿੱਚ ਆਵੇ। ਜਿਵੇਂ ਹੁਣ ਬਹੁਤ ਸਾਰੀਆਂ ਕੰਪਨੀਆਂ ਨੇ ਇਸ ਸਟ੍ਰੈਟਜੀ ਨੂੰ ਫੋਲੋ ਕੀਤਾ ਹੈ। ਜਿਵੇਂ ਹੁਣ ਆਪਾਂ ਵੇਖਦੇ ਹਾਂ ਵੀ ਮਾਸਕ ਦੀ ਵਰਤੋਂ ਬਹੁਤ ਜ਼ਿਆਦਾ ਵੱਧ ਗਈ ਹੈ, ਤਾਂ ਬਹੁਤ ਸਾਰੀਆਂ ਕੰਪਨੀਆਂ ਨੇ ਮਾਰਕੀਟ ਦੀ ਡਿਮਾਂਡ ਨੂੰ ਵੇਖਦਿਆਂ ਹੋਇਆਂ ਮਾਸਕ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਤਾਂ ਇਹ ਉਹਨਾਂ ਕੰਪਨੀਆਂ ਦੀ ਰਣਨੀਤੀ ਹੈ। ਇਹ ਰਣਨੀਤੀ ਅਪਣਾ ਕੇ ਉਹ ਬਹੁਤ ਸਾਰਾ ਪ੍ਰੋਫਿਟ ਕਮਾ ਰਹੀਆਂ ਹਨ। ਤਾਂ ਜਿਹੜੇ ਵਿਸ਼ੇਸ਼ ਉਦੇਸ਼ਾਂ ਦੀ ਪ੍ਰਾਪਤੀ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਨੀਤੀਆਂ ਜਾਂ ਰਣਨੀਤੀਆਂ ਬਣਾਈਆਂ ਜਾਂਦੀਆਂ ਹਨ, ਉਹਨਾਂ ਨੂੰ ਆਪਾਂ ਸਟ੍ਰੈਟਜੀਜ਼ ਕਹਿੰਦੇ ਹਾਂ। ਨੈਕਸਟ ਬੇਟੇ ਆਪਣਾ ਹੈ ਪ੍ਰੋਗਰਾਮ। ਇੱਕ ਹੋਰ ਤਰ੍ਹਾਂ ਦਾ ਪਲਾਨ ਦੀ ਟਾਈਪ ਕੀ ਹੈ? ਪ੍ਰੋਗਰਾਮ। ਯਾਨੀ ਇਹ ਇੱਕ ਸਪੈਸ਼ਲ ਖਾਸ, ਜਿਵੇਂ ਆਪਾਂ ਮੰਨ ਲਓ ਸਕੂਲ ਦੀ ਇੱਕ ਐਗਜ਼ਾਮਪਲ ਲਈਏ, ਆਪਾਂ ਇਹਨੂੰ ਸਮਝਣ ਵਾਸਤੇ ਪਹਿਲਾਂ ਇੱਕ ਐਗਜ਼ਾਮਪਲ ਆਪਾਂ ਦੋ ਲੈਂਦੇ ਹਾਂ। ਜਿਵੇਂ ਆਪਾਂ ਇੱਕ ਐਗਜ਼ਾਮਪਲ ਲੈ ਲਈਏ ਵੀ ਸਕੂਲ ਦੇ ਵਿੱਚ ਆਪਾਂ ਐਨੂਅਲ ਡੇ ਸੈਲੀਬ੍ਰੇਟ ਕਰਨਾ। ਹੁਣ ਉਸ ਐਨੂਅਲ ਡੇ ਨੂੰ ਸੈਲੀਬ੍ਰੇਟ ਕਰਨ ਵਾਸਤੇ ਬੇਟੇ ਆਪਾਂ ਨੂੰ ਸਾਰੀ ਪਲੈਨਿੰਗ ਕਰਨੀ ਪਏਗੀ। ਪਹਿਲੇ ਆਪਾਂ ਨੂੰ ਪਲੈਨਿੰਗ ਕਰਨੀ ਪਏਗੀ। ਉਹਦੇ ਵਿੱਚ ਆਪਾਂ ਕਰਨਾ ਕੀ ਚਾਹੁੰਦੇ ਹਾਂ? ਜਿਹੜੇ ਬੱਚੇ ਵਧੀਆ ਜਿਨ੍ਹਾਂ ਨੇ ਪਰਫਾਰਮੈਂਸ ਦਿੱਤੀ ਹੈ, ਚਾਹੇ ਉਹ ਖੇਡਾਂ ਦੇ ਵਿੱਚ ਹੈ, ਤਾਂ ਆਪਾਂ ਉਸ ਵਿਸ਼ੇਸ਼ ਪ੍ਰੋਗਰਾਮ ਵਾਸਤੇ ਇੱਕ ਸਪੈਸ਼ਲ ਤਰ੍ਹਾਂ ਦੀ ਪਲੈਨਿੰਗ ਕਰਦੇ ਹਾਂ, ਸਪੈਸ਼ਲ ਤਰ੍ਹਾਂ ਦਾ ਬਜਟ ਵੀ ਬਣਾਉਂਦੇ ਹਾਂ ਔਰ ਕੀ ਕੰਮ ਨੇ ਉਹ ਵੀ ਡਿਸਾਈਡ ਕਰਦੇ ਹਾਂ ਔਰ ਉਹਨਾਂ ਕੰਮਾਂ ਦੇ ਹਿਸਾਬ ਨਾਲ ਆਪਾਂ ਡਿਊਟੀਆਂ ਵੀ ਲਗਾਉਂਦੇ ਹਾਂ। ਜਿਵੇਂ ਆਪਾਂ ਕੁਛ ਜਿਵੇਂ ਸਕੂਲ ਦੇ ਵਿੱਚ ਪਲੈਨਿੰਗ ਕਰਨੀ ਹੈ, ਉਹਦੇ ਵਿੱਚ ਬੱਚਿਆਂ ਅਤੇ ਅਧਿਆਪਕਾਂ ਦੀਆਂ ਪਹਿਲਾਂ ਵੇਖੋ ਸਕੂਲ ਦੀ ਜਿਹੜੀ ਇੱਕ ਉਸ ਪ੍ਰੋਗਰਾਮ ਨੂੰ ਕਰਨ ਲਈ ਇੱਕ ਕਮੇਟੀ ਬਣਾ ਦਿੱਤੀ ਗਈ। ਉਸ ਕਮੇਟੀ ਨੇ ਡਿਸਾਈਡ ਕਰਨਾ ਹੈ ਕੀ ਕੰਮ ਕੀਤੇ ਜਾਣੇ ਹਨ, ਕਿਹੜੀਆਂ ਡਿਊਟੀਜ਼ ਨੇ, ਕਿਹਨਾਂ ਨੂੰ ਅਸਾਈਨ ਕੀਤੀਆਂ ਜਾਣੀਆਂ ਹਨ, ਕਿੱਥੇ ਟੀਚਰਸ, ਕਿਹੜੇ ਟੀਚਰ ਸਿਟਿੰਗ ਅਰੇਂਜਮੈਂਟ ਕਰਨਗੇ, ਕਿਹੜੇ ਟੀਚਰ ਸਟੇਜ ਦਾ ਅਰੇਂਜਮੈਂਟ ਕਰਨਗੇ, ਕਿਹੜੇ ਟੀਚਰ ਅਨੁਸ਼ਾਸਨ ਦਾ ਦੇਖਣਗੇ, ਕਿਹੜੇ ਟੀਚਰਸ ਜਿਹੜੇ ਨੇ ਉਹ ਟੀ ਵਗੈਰਾ ਦਾ ਜਾਂ ਖਾਣੇ ਵਗੈਰਾ ਦਾ ਪ੍ਰਬੰਧ ਦੇਖਣਗੇ, ਕਿਹੜੇ ਟੈਂਟ ਦਾ ਵੇਖਣਗੇ। ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਡਿਊਟੀਜ਼ ਅਸਾਈਨ ਕਰ ਦਿੱਤੀਆਂ ਜਾਂਦੀਆਂ ਹਨ। ਤਾਂ ਇਹ ਉਸ ਵਿਸ਼ੇਸ਼ ਪ੍ਰੋਗਰਾਮ ਨੂੰ, ਜਿਹੜਾ ਕਿ ਇੱਕ ਸਿੰਗਲ ਯੂਜ਼ ਪਲਾਨ ਹੁੰਦਾ ਹੈ, ਉਸ ਪ੍ਰੋਗਰਾਮ ਨੂੰ ਕਰਨ ਵਾਸਤੇ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਪਲੈਨਿੰਗਸ ਕੀਤੀਆਂ ਜਾਂਦੀਆਂ ਨੇ ਉਸ ਨੂੰ ਆਪਾਂ ਕਹਿੰਦੇ ਹਾਂ ਬੇਟੇ ਪ੍ਰੋਗਰਾਮ। ਤਾਂ ਇਸੇ ਤਰ੍ਹਾਂ ਹੀ ਵਿਸ਼ੇਸ਼ ਕਈ ਵਾਰੀ ਕੋਈ ਪ੍ਰੋਗਰਾਮ ਜਿਹੜੇ ਨੇ ਉਹ ਬਿਜ਼ਨਸ ਦੇ ਵਿੱਚ ਵੀ ਦੇ ਦਿੱਤੇ ਜਾਂਦੇ ਨੇ ਵੀ ਆਪਾਂ ਜਿਵੇਂ ਕੰਮ ਤਾਂ ਕਰ ਰਹੇ ਸੀ ਕੱਪੜੇ ਦਾ, ਪਰ ਆਪਾਂ ਹੁਣ ਵੇਖਿਆ ਵੀ ਜਿਹੜਾ ਮਾਸਕ ਦੀ ਡਿਮਾਂਡ ਰੈਗੂਲਰਲੀ ਵੱਧ ਗਈ, ਤਾਂ ਆਪਾਂ ਦੇ ਦਿੱਤਾ ਕੰਮ ਆਪਣੀ ਟੀਮ ਨੂੰ ਵੀ ਇੱਕ ਵਾਰੀ ਕੱਪੜੇ ਦਾ ਕੰਮ ਬੰਦ ਕਰ ਦਿਓ, ਆਹ ਮਹੀਨਾ ਆਪਾਂ 5 ਲੱਖ ਮਾਸਕ ਬਣਾਉਣੇ ਨੇ, ਕਿਉਂਕਿ ਜੇ ਆਪਾਂ 5 ਲੱਖ ਮਾਸਕ ਬਣਾਉਂਦੇ ਹਾਂ ਤਾਂ ਆਪਾਂ 5 ਕਰੋੜ ਰੁਪਈਆ ਪ੍ਰੋਫਿਟ ਕਮਾ ਸਕਦੇ ਹਾਂ। ਅੱਜ ਮਾਸਕ ਨੂੰ ਬਣਾਉਣ ਦੀ ਲਾਗਤ 20 ਰੁਪਏ ਹੈ ਔਰ ਮਾਸਕ 100 ਰੁਪਏ ਤੱਕ ਬਾਜ਼ਾਰ ਦੇ ਵਿੱਚ ਵਿਕ ਰਿਹਾ ਹੈ, ਤਾਂ ਉਹਨਾਂ ਆਪਾਂ ਨੂੰ ਕੱਪੜੇ 'ਚ ਪ੍ਰੋਫਿਟ ਨਹੀਂ ਹੋਣਾ ਜਿੰਨਾ ਆਪਾਂ ਨੂੰ ਮਾਸਕ ਬਣਾ ਕੇ ਹੋ ਜਾਣਾ, ਕਿਉਂਕਿ ਕੱਪੜਾ ਉਹਨਾਂ ਕੋਲ ਅਵੇਲੇਬਲ ਹੈ,
ਬਣਾਉਣ ਵਾਲੇ ਮੇਕਰਸ ਜਿਹੜੇ ਨੇ ਕਰਮਚਾਰੀ ਅਵੇਲੇਬਲ ਨੇ, ਤਾਂ ਉਹ ਕੱਪੜੇ ਦਾ ਕੰਮ ਛੱਡ ਕੇ ਮਾਸਕ ਬਣਾਉਣ ਦੇ ਕੰਮ ਤੇ ਲੱਗ ਗਏ। ਤਾਂ ਉਹਨਾਂ ਨੇ ਜਿੰਨਾ ਸਾਰੇ ਸਾਲ 'ਚ ਪ੍ਰੋਫਿਟ ਕਮਾਉਣਾ ਸੀ, ਇੱਕ ਵਿਸ਼ੇਸ਼ ਪ੍ਰੋਗਰਾਮ ਤੋਂ ਉਹਨਾਂ ਨੇ 1 ਜਾਂ 2 ਮਹੀਨਿਆਂ ਦੇ ਵਿੱਚ ਹੀ ਉਹਨਾਂ ਪ੍ਰੋਫਿਟ ਕਮਾ ਜਾਣਾ ਹੈ। ਨੈਕਸਟ ਤੇ ਬੇਟੇ ਵੀਡੀਓ ਕਾਫੀ ਲੰਬੀ ਹੋ ਗਈ ਹੈ। ਨੈਕਸਟ ਤੇ ਲਾਸਟ ਜਿਹੜਾ ਪ੍ਰੋਗਰਾਮ ਹੈ ਬਜਟ ਦੇ ਬਾਰੇ ਮੈਂ ਥੋੜਾ ਜਿਹਾ ਵੈਸੇ ਡਿਸਕਸ ਕਰ ਹੀ ਚੁੱਕਿਆ। ਬਜਟ ਜਿਹੜਾ ਹੁੰਦਾ ਹੈ ਅੰਕੜਿਆਂ ਦੇ ਰੂਪ ਵਿੱਚ ਪੈਸਿਆਂ ਦਾ ਜਿਹੜਾ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ, ਉਸ ਨੂੰ ਆਪਾਂ ਯਾਨੀ ਬਿਜ਼ਨਸ ਦੇ ਵਿੱਚ ਪੈਸਾ ਜਾਣਾ ਕਿਵੇਂ ਹੈ ਤੇ ਬਿਜ਼ਨਸ ਦੇ ਪੈਸਾ ਵਿੱਚ ਆਣਾ ਕਿਵੇਂ ਹੈ। ਇਹ ਜਿਹੜਾ ਹੈ ਬਿਜ਼ਨਸ ਦੇ ਵਿੱਚ ਹਮੇਸ਼ਾ ਹੀ ਬੇਟੇ, ਬਿਜ਼ਨਸ ਹੋਵੇ ਸਰਕਾਰ ਹੋਵੇ, ਹਮੇਸ਼ਾ ਹੀ ਪਲੈਨਿੰਗ ਹਰ ਘਰ ਦੇ ਵਿੱਚ ਵੀ ਇਹ ਜਿਹੜਾ ਬਜਟ ਹੈ ਹਮੇਸ਼ਾ ਹੀ ਜਦੋਂ ਆਪਣੇ ਕੋਲੇ ਹਮੇਸ਼ਾ ਇਸ ਚੀਜ਼ ਦੀ ਪਲੈਨਿੰਗ ਅਗਾਊਂ ਕੀਤੀ ਜਾਂਦੀ ਹੈ ਵੀ ਸਾਡੇ ਕੋਲੇ 1 ਮਹੀਨੇ ਦੇ ਵਿੱਚ ਇੰਨੇ ਪੈਸੇ ਆਣੇ ਹਨ ਔਰ ਇਸ ਮਹੀਨੇ ਦੇ ਵਿੱਚ ਅਸੀਂ ਇਸ ਜਗ੍ਹਾ ਤੇ ਪੈਸੇ ਖਰਚਦੇ ਹਾਂ। ਤਾਂ ਜਦੋਂ ਪੈਸਿਆਂ ਦੇ ਲੇਖੇ ਜੋਖੇ ਨੂੰ ਆਪਾਂ ਸ਼ੁਰੂਆਤ ਦੇ ਵਿੱਚ ਹੀ ਲਿਖ ਲੈਂਦੇ ਹਾਂ ਤਾਂ ਉਹ ਇੱਕ ਬਜਟ ਆਪਣਾ ਬਣ ਜਾਂਦਾ ਹੈ। ਤਾਂ ਇਸੇ ਤਰ੍ਹਾਂ ਹੀ ਕੰਪਨੀ ਦਾ ਹਮੇਸ਼ਾ ਹੀ ਬਜਟ ਹੁੰਦਾ ਹੈ। ਇੱਕ ਕਰੰਟ ਈਅਰ ਜੋ ਫਾਈਨੈਂਸ਼ੀਅਲ ਈਅਰ ਚੱਲ ਰਿਹਾ ਹੁੰਦਾ ਹੈ ਉਸ ਦੇ ਵਾਸਤੇ ਸ਼ੁਰੂਆਤ ਦੇ ਵਿੱਚ ਹੀ 1 ਅਪ੍ਰੈਲ ਤੋਂ ਜਿਵੇਂ 10 ਅਪ੍ਰੈਲ ਤੱਕ ਬਜਟ ਦਾ ਨਿਰਮਾਣ ਜਾਂ 15 ਅਪ੍ਰੈਲ ਤੱਕ ਬਜਟ ਦਾ ਨਿਰਮਾਣ ਕਰ ਲਿਆ ਜਾਂਦਾ ਹੈ ਵੀ ਇਸ ਸਾਲ ਦੇ ਵਿੱਚ ਸਾਡੀ ਆਹ ਪਲੈਨਿੰਗ ਹੈ, ਸਾਡੇ ਕੋਲੇ ਇੱਥੋਂ ਪੈਸਾ ਆਏਗਾ, ਇੱਥੋਂ ਪੈਸਾ ਅਸੀਂ ਲੈਣਾ ਹੈ, ਇੰਨਾ ਹੀ ਅਸੀਂ ਸੇਲ ਕਰਾਂਗੇ ਉਹਦੇ ਤੋਂ ਪੈਸਾ ਆਏਗਾ, ਇੰਨਾ ਸਾਡੇ ਕੋਲੇ ਇੱਥੋਂ ਪੈਸਾ ਆਏਗਾ, ਇੰਨਾ ਅਸੀਂ ਬੈਂਕ 'ਚੋਂ ਲੋਨ ਲਵਾਂਗੇ, ਇੰਨਾ ਅਸੀਂ ਆਪਣੇ ਜਿਹੜਾ ਸ਼ੇਅਰ ਹੋਲਡਰਸ ਤੋਂ ਪੈਸਾ ਲਵਾਂਗੇ। ਇਹ ਆਉਣ ਦੀ ਪਲੈਨਿੰਗ ਹੋ ਗਈ। ਇਸੇ ਤਰ੍ਹਾਂ ਪੈਸਾ ਜਾਏਗਾ ਕਿਵੇਂ, ਆਹ ਸਾਡਾ ਪੈਸਾ ਕੱਚੇ ਮਾਲ ਤੇ ਲੱਗੇਗਾ, ਇਹ ਪੈਸਾ ਸਾਡੇ ਕਰਮਚਾਰੀਆਂ ਦੇ ਤਨਖਾਹਾਂ ਤੇ ਲੱਗੇਗਾ, ਇਹ ਸਾਡਾ ਪੈਸਾ ਟਰਾਂਸਪੋਰਟੇਸ਼ਨ ਤੇ ਲੱਗੇਗਾ। ਤਾਂ ਉਹ ਸਾਰਾ ਹੀ ਬਜਟ ਬਣਾ ਲਿਆ ਜਾਂਦਾ ਹੈ ਅਗਾਊਂ। ਤਾਂ ਇਹ ਇੱਕ ਸਿੰਗਲ ਯੂਜ਼ ਪਲਾਨ ਹੁੰਦਾ ਹੈ ਜਿਹਦੀ ਕਿ ਅਗਾਊਂ ਹੀ ਪਲੈਨਿੰਗ ਕਰ ਲਈ ਜਾਂਦੀ ਹੈ। ਤਾਂ ਬੇਟੇ ਇਸ ਤਰ੍ਹਾਂ ਦੇ ਜਿਹੜੇ ਕਈ ਤਰ੍ਹਾਂ ਦੇ ਪਲਾਨਸ ਜਿਹੜੇ ਨੇ ਇਹ ਆਪਾਂ ਡਿਸਕਸ ਕੀਤੇ ਨੇ ਇਹਦੇ ਵਿੱਚ, ਜਿਨ੍ਹਾਂ ਵਿੱਚੋਂ ਬੇਟੇ ਕੁਝ ਪਲਾਨਸ ਸਿੰਗਲ ਯੂਜ਼ ਹੁੰਦੇ ਨੇ, ਕੁਝ ਸਥਾਈ ਜਾਂ ਸਟੈਂਡਿੰਗ ਪਲਾਨਸ ਹੁੰਦੇ ਨੇ। ਜਿਵੇਂ ਟੀਚੇ ਤੇ ਉਦੇਸ਼, ਇਹ ਕਿਉਂਕਿ ਸਾਰਾ ਸਾਲ ਦੇ ਵੀ ਹੋ ਸਕਦੇ ਨੇ ਔਰ ਥੋੜ੍ਹੇ ਸਮੇਂ ਵਾਸਤੇ ਵੀ ਹੋ ਸਕਦੇ ਨੇ। ਤਾਂ ਇਸ ਕਰਕੇ ਇਹਨਾਂ ਨੂੰ ਨਾ ਤਾਂ ਆਪਾਂ ਸਿੰਗਲ ਯੂਜ਼ 'ਚ ਰੱਖਦੇ ਹਾਂ ਤੇ ਨਾ ਹੀ ਆਪਾਂ ਇਹਨਾਂ ਨੂੰ ਸਟੈਂਡਿੰਗਸ ਦੇ ਵਿੱਚ ਰੱਖਦੇ ਹਾਂ। ਜ਼ਿਆਦਾਤਰ ਸਟੈਂਡਿੰਗਸ ਹੁੰਦੇ ਨੇ, ਸਟੈਂਡਿੰਗ ਪਲਾਨਸ ਹੁੰਦੇ ਨੇ। ਬਾਕੀ ਨੀਤੀਆਂ, ਵਿਧੀਆਂ, ਨਿਯਮ ਤੇ ਰਣਨੀਤੀਆਂ ਇਹ ਹਮੇਸ਼ਾ ਹਰ ਬਿਜ਼ਨਸ ਦੀਆਂ ਸਥਾਈ ਹੁੰਦੀਆਂ ਨੇ, ਸਟੈਂਡਿੰਗਸ ਹੁੰਦੀਆਂ ਨੇ, ਸਟੈਂਡਿੰਗ ਪਲਾਨਸ ਹੁੰਦੇ ਨੇ। ਤੇ ਪ੍ਰੋਗਰਾਮ ਅਤੇ ਬਜਟ ਇਹ ਹਮੇਸ਼ਾ ਸਿੰਗਲ ਯੂਜ਼ ਪਲਾਨ ਹੁੰਦੇ ਨੇ। ਉਮੀਦ ਕਰਦਾ ਹਾਂ ਇਹ ਜਿਹੜਾ ਟੌਪਿਕ ਬੜਾ ਇੰਪੋਰਟੈਂਟ ਔਰ ਥੋੜ੍ਹਾ ਔਖਾ ਵੀ ਇਹਨੂੰ ਕਹਿ ਸਕਦੇ ਹਾਂ, ਇਹਨੂੰ ਤੁਸੀਂ ਚੰਗੀ ਤਰ੍ਹਾਂ ਸੁਣ ਕੇ ਸਮਝਣ ਦੀ ਕੋਸ਼ਿਸ਼ ਕਰੋਗੇ ਔਰ ਬੜੀ ਚੰਗੀ ਤਰ੍ਹਾਂ ਇਹ ਚੈਪਟਰ ਕਰ ਲਓਗੇ। ਇਸ ਦੇ ਨਾਲ ਹੀ ਤੁਹਾਡਾ ਪਲੈਨਿੰਗ ਚੈਪਟਰ ਜਿਹੜਾ ਹੈ ਉਹ ਕੰਪਲੀਟ ਹੋ ਗਿਆ। ਸਭ ਦਾ ਬਹੁਤ ਬਹੁਤ ਸ਼ੁਕਰੀਆ, ਸਭ ਦਾ ਧੰਨਵਾਦ। ਕੋਸ਼ਿਸ਼ ਕਰੋ, ਅਧਿਆਪਕਾਂ ਨੂੰ ਮੈਂ ਇਹ ਕੋਸ਼ਿਸ਼ ਕਵਾਂਗਾ ਕਿ ਜੇ ਹੋ ਸਕੇ ਤਾਂ ਬੱਚਿਆਂ ਦੇ ਨਾਲ ਜਿਹੜੇ ਤੁਹਾਡੇ ਸਾਥੀ ਨੇ ਉਹਨਾਂ ਦੇ ਨਾਲ ਤੁਸੀਂ ਬੱਚੇ ਵੀ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਫਾਇਦਾ ਸਭ ਨੂੰ ਇਸ ਦਾ ਹੋ ਸਕੇ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ।